Hello everyone, good afternoon, welcome to ਸਾਵਲ ਕਲਾਸਿਸ। ਤਾਂ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਜੀ, ਸਾਵਲ ਕਲਾਸਿਸ ਦੇ ਵਿੱਚ ਸੀਟੈਟ ਦੇ ਜਿਹੜੇ ਹੈ ਜੀ ਹਰੇਕ ਪੇਪਰ ਦੀ ਜਿਹੜੀ ਹੈ ਜੀ ਸੀਰੀਜ਼ ਜਿਹੜੀ ਹੈ ਡਿਸਕਸ ਕਰ ਰਹੇ ਪੇਪਰਸ ਦੀ। ਉਸੇ ਹੀ ਤਰੀਕੇ ਨਾਲ ਪੰਜਾਬੀ ਲੈਂਗੁਏਜ ਦੇ ਜਿਹੜੇ ਸੀਟੈਟ ਪੇਪਰ ਹੋ ਚੁੱਕੇ ਹੈ 2011 ਤੋਂ ਲੈ ਕੇ 2019 ਤੱਕ, ਉਹਨਾਂ ਦੀ ਆਪਾਂ ਸੀਰੀਜ਼ ਕਰ ਰਹੇ ਹਾਂ। ਤਾਂ ਸ਼ੁਰੂਆਤ ਜਿਹੜੀ ਕੀਤੀ ਹੈ 2019 ਦੇ ਪੇਪਰਾਂ ਤੋਂ ਜੀ। ਇਸ ਤੋਂ ਪਹਿਲਾਂ ਕਿ ਆਪਾਂ 2019 ਦੇ ਫਸਟ ਪੇਪਰ ਦੇ ਲੈਂਗੁਏਜ ਫਸਟ ਤੇ ਲੈਂਗੁਏਜ ਸੈਕੰਡ ਡਿਸਕਸ ਕਰ ਚੁੱਕੇ ਹਾਂ ਅਤੇ ਦਸੰਬਰ 2019 ਦੇ ਸੈਕੰਡ ਪੇਪਰ ਦਾ ਲੈਂਗੁਏਜ ਫਸਟ ਵੀ ਡਿਸਕਸ ਕਰ ਚੁੱਕੇ ਹਾਂ ਜੀ। ਤਾਂ ਇਹ ਤੁਸੀਂ ਸਾਵਲ ਕਲਾਸ ਦੇ ਜਿਹੜੇ ਲਿੰਕ ਦੇ ਵਿੱਚ ਤੁਸੀਂ ਚੈੱਕ ਕਰ ਸਕਦੇ ਹੋ ਜੀ, ਡਿਸਕ੍ਰਿਪਸ਼ਨ ਦੇ ਵਿੱਚ। ਤਾਂ ਜਿਹੜੇ ਸਾਥੀਆਂ ਨੇ ਸਾਵਲ ਕਲਾਸ ਦੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਭ ਤੋਂ ਪਹਿਲਾਂ ਉਹ ਸਬਸਕ੍ਰਾਈਬ ਕਰਨਗੇ ਤੇ ਬੈਲ ਆਈਕਨ ਨੂੰ ਪ੍ਰੈਸ ਕਰਨਗੇ, ਤਾਂ ਜੋ ਉਹਨਾਂ ਨੂੰ ਜੋ ਨਵੀਂ ਨੋਟੀਫਿਕੇਸ਼ਨਸ ਹੈ ਉਹ ਸਮੇਂ ਅਨੁਸਾਰ ਮਿਲਦੀ ਰਹੇ। ਤਾਂ ਆਓ ਜੀ ਫਿਰ ਅੱਜ ਆਪਾਂ ਦਸੰਬਰ 2019 ਦਾ ਸੈਕੰਡ ਲੈਂਗੁਏਜ ਦਾ ਜਿਹੜੇ ਹੈ ਜੀ ਆਪਾਂ ਪੇਪਰ ਡਿਸਕਸ ਕਰਨ ਜਾ ਰਹੇ ਹਾਂ। ਤਾਂ ਪੇਪਰ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਜੀ ਕਿ ਪੰਜਾਬੀ ਦਾ ਪੇਪਰ ਜਿਹੜਾ ਹੈ ਜੀ ਇੱਕ ਪਹਿਰਾ ਰਚਨਾ ਦੇ ਨਾਲ ਸ਼ੁਰੂ ਹੁੰਦਾ ਹੈ ਜੀ। ਇਸ ਨੂੰ ਆਪਾਂ ਪੜ੍ਹਦੇ ਹਾਂ, ਸਮਝਦੇ ਹਾਂ ਅਤੇ ਇਸ ਦੇ ਪ੍ਰਸ਼ਨਾਂ ਦੇ ਉੱਤਰ ਦੇਣ ਦੀ ਕੋਸ਼ਿਸ਼ ਕਰਾਂਗੇ ਜੀ। ਤਾਂ ਪਹਿਲਾ ਰਚਨਾ ਆਪਣਾ ਸ਼ੁਰੂ ਹੁੰਦਾ ਹੈ ਜੀ। ਪਹਿਲ ਤਹਿਸੀਲ ਵਿੱਚ ਜਰਗ ਤਕੜਾ ਵੱਡਾ ਪਿੰਡ ਹੈ। ਆਸ-ਪਾਸ ਦੇ ਲੋਕ ਜਰਗ ਪਹਿਲ ਦਾ ਸਮਾਸ ਬਣਾ ਕੇ ਸ਼ਹਿਰ ਪਹਿਲ ਦੇ ਪਿੰਡ ਜਰਗ ਨੂੰ ਇੱਕੋ ਜਿਹੀ ਪ੍ਰਸਿੱਧੀ ਦਾ ਮਾਲਕ ਜਤਾਉਂਦੇ ਹਨ। ਪਹਿਲ ਤਹਿਸੀਲ ਤੇ ਕਸਬਾ ਹੋਣ ਕਰਕੇ ਪ੍ਰਸਿੱਧ ਹੈ ਤੇ ਜਰਗ ਇਸ ਕਰਕੇ ਕਿ ਇੱਥੇ ਭਾਰੀ ਮੇਲਾ ਲੱਗਦਾ ਹੈ। ਇਹ ਮੇਲਾ ਚੇਤ ਦੇ ਮਹੀਨੇ ਬਾਸੜੀਏ ਦਾ ਮੇਲਾ ਵੀ ਕਹਾਉਂਦਾ ਹੈ। ਬਾਸੜੀਏ ਦਾ ਅਰਥ ਹੈ ਬੇਹਾਪਣ। ਚੇਤ ਦੇ ਮੰਗਲਵਾਰ ਦੀ ਸਵੇਰ ਤੋਂ ਇੱਕ ਦਿਨ ਪਹਿਲਾਂ ਗੁਲਗੁਲੇ ਪਕਾਏ ਜਾਂਦੇ ਹਨ। ਰਾਤ ਨੂੰ ਸੁੱਚੇ ਰੱਖ ਕੇ ਦੂਜੇ ਦਿਨ ਬੇਹੇ ਹੋ ਜਾਣ ਤੇ ਮਾਤਾ ਰਾਣੀ ਦੀ ਪੂਜਾ ਕਰਕੇ ਗਧੇ ਨੂੰ ਖਵਾ ਕੇ ਖਾਧੇ ਜਾਂਦੇ ਹਨ। ਕਿਉਂ ਗੁਲਗੁਲੇ ਬੇਹੇ ਕਰਕੇ ਖਾਣ ਤੋਂ ਬਾਹੜੀਆਂ ਜਾਂ ਬਾਸੜੀਆ ਲਫ਼ਜ਼ ਬਣਿਆ ਮਾਲੂਮ ਹੁੰਦਾ ਹੈ। ਇਹ ਤਿਉਹਾਰ ਮਾਲਵੇ ਖਾਸ ਕਰਕੇ ਪੁਆਧ ਦੇ ਹਰ ਪਿੰਡ ਵਿੱਚ ਮਨਾਇਆ ਜਾਂਦਾ ਹੈ। ਜਿਸ ਘਰ ਦੇ ਕਿਸੇ ਜੀਅ ਦੇ ਮਾਤਾ ਨਿਕਲੀ ਹੋਵੇ ਉਸ ਵੱਲੋਂ ਤਾਂ ਇਹ ਦਿਨ ਮਾਤਾ ਰਾਣੀ ਦੀ ਸੁਖਣਾ ਚੜਾਉਣੀ ਪੱਕੀ ਪਿਰਤ ਹੈ। ਜਿਸ ਘਰ ਮਾਤਾ ਨਾ ਨਿਕਲੀ ਹੋਵੇ ਉਸ ਮਾਤਾ ਰਾਣੀ ਨੂੰ ਖੁਸ਼ ਕਰਨ ਲਈ ਕਿ ਸਾਡੇ ਕਿਸੇ ਜੀਅ ਦੇ ਨਾ ਨਿਕਲੇ, ਅੱਗੋਂ ਹੀ ਬੰਨ ਲੈਣਾ ਸਮਝਦੇ ਹਨ। ਠੀਕ ਹੈ ਜੀ, ਇਹ ਆਪਾਂ ਗੱਲ ਕੀਤੀ ਹੈ। ਪਹਿਲਾ ਰਚਨਾ ਦੇ ਵਿੱਚ ਇੱਕ ਸਥਾਨ ਦੀ ਵੀ ਗੱਲ ਕੀਤੀ ਹੈ, ਜਰਗ ਦੇ ਸਥਾਨ ਦੇ ਉੱਪਰ। ਉਹਦੇ ਵਿੱਚ ਜਿਵੇਂ ਇੱਕ ਤਿਉਹਾਰ ਦੀ ਗੱਲ ਕੀਤੀ ਹੈ, ਬਸੜੇ ਦਾ ਤਿਉਹਾਰ ਜੀ, ਉਹਨਾਂ ਦਾ ਅਲੱਗ-ਅਲੱਗ ਨਾਵਾਂ ਦੀ ਗੱਲ ਕੀਤੀ ਹੈ, ਕਿੱਥੇ ਕਿੱਥੇ ਪ੍ਰਸਿੱਧ ਹੈ। ਇਹਨਾਂ ਗੱਲਾਂ ਨੂੰ ਆਪਾਂ ਪੜ੍ਹਿਆ ਹੈ ਤੇ ਸਮਝਿਆ ਜੀ। ਤਾਂ ਆਓ ਫਿਰ ਪਹਿਲਾ ਰਚਨਾ ਦੇ ਆਧਾਰ ਤੇ ਹੀ ਇਹਨਾਂ ਪ੍ਰਸ਼ਨਾਂ ਦੇ ਨਾਲ ਆਪਾਂ ਅੱਗੇ ਵਧਦੇ ਹਾਂ ਜੀ। ਤਾਂ ਜਿਵੇਂ ਕਿ ਤੁਸੀਂ ਸਕਰੀਨ ਦੇ ਉੱਪਰ ਦੇਖ ਪਾ ਰਹੇ ਹੋ, ਪ੍ਰਸ਼ਨ ਹੈ ਜੀ ਇਸ ਦਾ ਪੇਪਰ ਦਾ ਹੈ ਜੀ 121 ਨੰਬਰ। ਕਿਸ ਮੇਲੇ ਦਾ ਦੂਸਰਾ ਨਾਮ ਬਾਸੜੀਏ ਦਾ ਮੇਲਾ ਵੀ ਹੈ ਜੀ? ਗੁੱਗਾ ਮਾੜੀ ਦਾ ਮੇਲਾ, ਛਪਾਰ ਦਾ ਮੇਲਾ, ਜਗਰਾਵਾਂ ਦੀ ਰੋਸ਼ਨੀ, ਜਰਗ ਦਾ ਮੇਲਾ ਜੀ। ਤਾਂ ਬਿਲਕੁਲ ਆਪਾਂ ਪੜ੍ਹਿਆ ਜੀ। ਇਸ ਦਾ ਆਨਸਰ ਆਏਗਾ ਜੀ 4th ਆਪਸ਼ਨ ਜੀ। ਬਾਸੜੀਏ ਨੂੰ ਜਿਹੜਾ ਜਰਗ ਦਾ ਮੇਲਾ ਵੀ ਨਾਮ ਦਿੱਤਾ ਗਿਆ ਜੀ। ਠੀਕ ਹੈ, ਅੱਗੇ ਹੈ ਜੀ ਪ੍ਰਸ਼ਨ ਨੰਬਰ 122। ਬਾਸੜੀਏ ਦਾ ਅਰਥ ਹੈ ਜੀ, ਕੀ ਅਰਥ ਹੈ ਜੀ? ਇਹ ਬਿਲਕੁਲ ਆਪਾਂ ਪੜ੍ਹਿਆ ਹੈ, ਸਮਝਿਆ ਹੈ, ਯਾਦ ਵੀ ਆਪਾਂ ਨੂੰ। ਬਾਂਸਾਂ ਦਾ ਜੋੜਮੇਲ, ਬੇਹਾਪਣ, ਦੁਰਗੰਧਪੂਰਨ ਜਾਂ ਸੁਗੰਧ ਭਰਪੂਰ ਜੀ। ਬਿਲਕੁਲ ਇੱਥੇ ਇਹ ਗੱਲ ਆਈ ਸੀ ਬੇਹਾਪਣ। ਬਾਂਸੜੀ ਦਾ ਕੀ ਅਰਥ ਹੈ? ਬੇਹਾਪਣ। ਤਾਂ ਇਸ ਦਾ ਉੱਤਰ ਸਹੀ ਆਏਗਾ ਜੀ ਦੂਸਰਾ ਆਪਸ਼ਨ ਜੀ। ਬਾਂਸੜੀ ਦਾ ਅਰਥ ਕੀ ਹੈ? ਬੇਹਾਪਣ। ਅੱਗੇ ਚੱਲਦੇ ਹਾਂ ਪ੍ਰਸ਼ਨ ਨੰਬਰ 123 ਦੇ ਉੱਪਰ। ਬਾਂਸੜੀ ਦਾ ਤਿਉਹਾਰ ਪੰਜਾਬ ਦੀ ਖਾਸ ਕਰ ਕਿਸ ਖਿੱਤੇ ਵਿੱਚ ਮਨਾਇਆ ਜਾਂਦਾ ਹੈ? ਪੁਆਧ, ਦੁਆਬਾ, ਮਾਝਾ ਤੇ ਬਹਾਵਲਪੁਰ ਜੀ। ਠੀਕ ਹੈ, ਇਹਦੇ ਵਿੱਚ ਜਿਵੇਂ ਕਿ ਆਪਾਂ ਬਿਲਕੁਲ ਪੜ੍ਹਿਆ ਹੈ ਜੀ, ਇੱਥੇ ਗੱਲ ਕੀਤੀ ਸੀ ਪੁਆਧ ਦੇ ਵਿੱਚ। ਤਾਂ ਇਸ ਦਾ ਆਨਸਰ ਆਏਗਾ ਜੀ ਪਹਿਲਾ ਆਪਸ਼ਨ ਪੁਆਧ ਜੀ। ਠੀਕ ਹੈ, ਤਾਂ ਜਿਵੇਂ ਕਿ ਅੱਗੇ ਵਧਦੇ ਹਾਂ ਜੀ ਪ੍ਰਸ਼ਨ ਨੰਬਰ 124 ਦੇ ਉੱਪਰ। ਗੁਲਗੁਲਿਆਂ ਦਾ ਭੋਗ ਪਹਿਲਾਂ ਕਿਸ ਨੂੰ ਲਵਾਇਆ ਜਾਂਦਾ ਹੈ?
ਮਾਤਾ ਰਾਣੀ ਨੂੰ, ਇੱਥੇ ਰਾਣੀ ਸ਼ਬਦ ਹੈ। ਛੋਟੇ ਬੱਚਿਆਂ ਨੂੰ, ਗਧੇ ਨੂੰ, ਜਿਸ ਬੱਚੇ ਨੂੰ ਮਾਤਾ ਨਿਕਲੀ ਹੋਵੇ। ਤਾਂ ਬਿਲਕੁਲ ਆਪਾਂ ਪੜ੍ਹਿਆ ਜੀ। ਤਾਂ ਇਸ ਦੇ ਵਿੱਚ ਲਾਸਟ ਵਿਚਾਲੇ ਜਿਹੜੀ ਗੱਲ ਕੀਤੀ ਗਈ ਸੀ, ਤਾਂ ਇਸ ਦੇ ਵਿੱਚ ਸਹੀ ਆਨਸਰ ਆਏਗਾ ਜੀ ਤੀਸਰਾ ਆਪਸ਼ਨ। ਤਾਂ ਗੁਲਗੁਲਿਆਂ ਦਾ ਭੋਗ ਪਹਿਲਾਂ ਗਧੇ ਨੂੰ ਲਵਾਇਆ ਜਾਂਦਾ ਹੈ। ਬਿਲਕੁਲ ਜੀ, ਇਹ ਪੜ੍ਹਿਆ ਹੀ ਆਪਾਂ, ਬਿਲਕੁਲ ਯਾਦ ਹੋ ਜਾਂਦੀਆਂ ਬਹੁਤ ਸਾਰੀਆਂ ਗੱਲਾਂ। ਪ੍ਰਸ਼ਨ ਨੰਬਰ 125 ਦੇਖਦੇ ਹਾਂ। ਪਹਿਲ ਤਹਿਸੀਲ ਵਿੱਚ ਜਰਗ ਤਕੜਾ ਵੱਡਾ ਪਿੰਡ ਹੈ। ਵਾਕ ਵਿੱਚ ਤਹਿਸੀਲ ਦੱਸੋ ਜੀ ਕੀ ਹੈ ਜੀ। ਹਾਂਜੀ, ਸ਼ਬਦ ਦੇਖਦੇ ਹਾਂ ਆਪਾਂ। ਨਾਮ, ਖਾਸ ਨਾਮ, ਆਮ ਨਾਮ, ਵਸਤਵਾਚਕ ਨਾਮ ਜਾਂ ਇਕੱਠਵਾਚਕ ਨਾਮ। ਇੱਕ ਗੱਲ ਤਾਂ ਜਿਹੜੀ ਹੈ ਆਪਾਂ ਨੂੰ ਪਤਾ ਲੱਗੀ ਕਿ ਇਹ ਨਾਮ ਹੈ ਕਿਹੜਾ ਨਾਮ, ਕਿਹੜੀ ਕਿਸਮ ਹੈ। ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਕਿ ਨਾਮ ਦੀਆਂ 5 ਕਿਸਮਾਂ ਹੁੰਦੀਆਂ ਜੀ, 5 ਦੇ ਵਿੱਚੋਂ 4 ਦਾ ਆਪਸ਼ਨ ਹੈ ਜੀ। ਤਾਂ ਜਿਵੇਂ ਕਿ ਇਹ ਹੈ ਜੀ ਤਹਿਸੀਲ, ਜਿਵੇਂ ਕਿ ਆਪਣੇ ਕੋਲੇ ਹੈ, ਆਪਣੇ ਕੋਲੇ ਜਿਵੇਂ ਉਦਾਹਰਨਾਂ ਹੋਰ ਦੇਖਦੇ ਹਾਂ, ਸ਼ਹਿਰ, ਪਿੰਡ, ਸਕੂਲ ਤੇ ਤਹਿਸੀਲ। ਇਸ ਤਰੀਕੇ ਦੀ ਉਦਾਹਰਨਾਂ ਦੇ ਵਿੱਚ ਤਹਿਸੀਲ ਵੀ ਆਪਾਂ ਸ਼ਾਮਿਲ ਕੀਤਾ ਜੀ। ਤਾਂ ਇਹ ਹੈ ਜੀ ਆਮ ਨਾਮ ਹੈ। ਆਮ ਜਾਂ ਇਸ ਨੂੰ ਜਾਤੀਵਾਚਕ ਵੀ ਕਹਿ ਦਿੰਦੇ ਆ। ਆਮ ਜਾਂ ਜਾਤੀਵਾਚਕ ਨਾਮ ਦੀ ਇਹ ਉਦਾਹਰਨ ਹੈ ਜੀ। ਜੇ ਹੁੰਦਾ ਪੂਰਾ ਪਹਿਲ ਤਹਿਸੀਲ ਜੀ, ਫਿਰ ਉਹ ਕੀ ਬਣ ਜਾਂਦਾ, ਖਾਸ ਨਾਮ। ਤਾਂ ਇਹ ਛੋਟੀਆਂ ਛੋਟੀਆਂ ਗੱਲਾਂ ਨੂੰ ਯਾਦ ਰੱਖਿਓ। ਜੇ ਤਾਂ ਸਾਰੇ ਹੀ ਕਵਰ ਕੀਤਾ ਹੁੰਦਾ, ਪਹਿਲ ਤਹਿਸੀਲ ਕੀ ਹੈ, ਖਾਸ ਨਾਮ ਹੈ। ਹੁਣ ਨਾਮ ਨਹੀਂ ਰੱਖਿਆ ਗਿਆ, ਸਿਰਫ ਤਹਿਸੀਲ ਸ਼ਬਦ ਦੇ ਬਾਰੇ ਪੁੱਛਿਆ ਗਿਆ, ਉਹ ਕੀ ਹੈ, ਫਿਰ ਆਮ ਨਾਮ ਹੈ ਜੀ। ਠੀਕ ਹੈ, ਚਲੋ ਜੀ ਅੱਗੇ ਵਧਦੇ ਹਾਂ। ਫਿਰ ਆਪਾਂ ਪ੍ਰਸ਼ਨ ਨੰਬਰ 126 ਦੇ ਉੱਪਰ। ਚੇਤ ਦੇ ਮੰਗਲਵਾਰ ਦੀ ਸਵੇਰ ਤੋਂ ਇੱਕ ਦਿਨ ਪਹਿਲਾਂ ਗੁਲਗੁਲੇ ਪਕਾਏ ਜਾਂਦੇ ਹਨ। ਵਾਕ ਵਿੱਚ ਸਵੇਰ, ਗੁਲਗੁਲੇ ਅਤੇ ਪਕਾਏ ਸ਼ਬਦਾਂ ਦੀ ਕ੍ਰਮਵਾਰ ਵਿਆਕਰਨਕ ਪਹਿਚਾਣ ਦੱਸੋ ਜੀ। ਹਾਂਜੀ, ਨਾਮ ਹੈ ਜਾਂ ਵਿਸ਼ੇਸ਼ਣ ਹੈ। ਵਿਸ਼ੇਸ਼ਣ ਹੈ, ਨਾਮ ਹੈ ਜਾਂ ਨਾਮ ਹੈ। ਨਾਮ ਹੈ, ਕਿਰਿਆ ਵਿਸ਼ੇਸ਼ਣ ਹੈ ਜਾਂ ਕਿਰਿਆ ਹੈ। ਨਾਮ ਹੈ ਜਾਂ ਕਿਰਿਆ। ਆਪਾਂ ਨੂੰ ਪਤਾ ਹੀ ਹੈ ਜੀ, ਸਵੇਰ ਨਾਮ ਹੈ, ਗੁਲਗੁਲੇ ਵੀ ਨਾਮ ਹੈ ਤੇ ਪਕਾਈ ਇੱਕ ਕਿਰਿਆ ਹੈ ਜੀ। ਤਾਂ ਇਸ ਦਾ ਆਨਸਰ ਕੀ ਆਏਗਾ ਫਿਰ, ਫੋਰਥ ਆਪਸ਼ਨ ਜੀ। ਸਵੇਰ ਨਾਮ ਹੈ, ਗੁਲਗੁਲੇ ਵੀ ਨਾਮ ਹੈ ਤੇ ਪਕਾਏ ਕਿਰਿਆ ਸ਼ਬਦ ਹੈ। ਤਾਂ ਉੱਤਰ ਰੂਪ ਦੇ ਵਿੱਚ ਆਪਣੇ ਕੋਲੇ ਸਹੀ ਜਿਹੜਾ ਆਪਸ਼ਨ ਆਏਗਾ, ਫੋਰਥ ਆਪਸ਼ਨ ਜੀ। ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 127 ਦੇ ਉੱਪਰ। ਧਿਆਨ ਦਿਓ। ਇਸ ਦਿਨ ਮਾਤਾ ਰਾਣੀ ਦੀ ਸੁਖਣਾ ਚੜਾਉਣੀ ਪੱਕੀ ਪਿਰਤ ਹੈ। ਪਿਰਤ ਮਤਲਬ ਪਰੰਪਰਾ। ਵਾਕ ਵਿੱਚ ਸੁਖਣਾ ਸ਼ਬਦ ਦੀ ਵਿਆਕਰਨਕ ਪਹਿਚਾਣ ਦੱਸੋ ਜੀ ਕਿਹੜੀ ਹੈ। ਪੜਨਾਮ ਹੈ ਜਾਂ ਨਾਮ ਹੈ ਜਾਂ ਵਿਸ਼ੇਸ਼ਣ ਹੈ ਜਾਂ ਕਿਰਦੰਤ ਹੈ ਜੀ। ਠੀਕ ਹੈ, ਤਾਂ ਸੁਖਣਾ ਇਹ ਕੀ ਹੈ ਜੀ, ਆਪਣੇ ਕੋਲੇ ਨਾਮ ਹੈ ਜੀ। ਨਾਮ ਦੀ ਜਿਵੇਂ ਕਿ ਆਪਾਂ ਗੱਲ ਕੀਤੀ ਹੈ, 5 ਕਿਸਮਾਂ ਹੁੰਦੀਆਂ ਤੇ ਨਾਮ ਦੀ ਇਹ ਜਿਹੜਾ ਸੁਖਣਾ ਹੈ, ਭਾਵਵਾਚਕ ਨਾਮ ਹੈ ਜੀ। ਭਾਵਵਾਚਕ ਨਾਮ ਹੈ ਜੀ। ਤਾਂ ਉੱਤਰ ਕੀ ਹੋਇਆ ਜੀ ਆਪਣਾ ਫਿਰ, ਦੂਸਰਾ ਆਪਸ਼ਨ ਜੀ, ਨਾਮ ਜੀ। ਠੀਕ ਹੈ ਜੀ, ਇੱਥੇ ਤੁਸੀਂ ਯਾਦ ਰੱਖ ਲਿਓ, ਨਾਮ ਦੀਆਂ 5 ਕਿਸਮਾਂ ਹੁੰਦੀਆਂ, ਪੜਨਾਮ ਦੀਆਂ 6 ਕਿਸਮਾਂ ਹੁੰਦੀਆਂ, ਵਿਸ਼ੇਸ਼ਣ ਦੀਆਂ 5 ਕਿਸਮਾਂ ਹੁੰਦੀਆਂ ਤੇ ਕਿਰਦੰਤ ਦੀਆਂ 3 ਕਿਸਮਾਂ ਹੁੰਦੀਆਂ ਜੀ। ਠੀਕ ਹੈ, ਅੱਗੇ ਚੱਲਦੇ ਹਾਂ ਜੀ ਆਪਾਂ 128 ਨੰਬਰ ਪ੍ਰਸ਼ਨ ਦੇ ਉੱਪਰ। ਜਰਗ ਪਹਿਲ ਦਾ ਸਮਾਸ ਵਰਤਿਆ ਜੀ। ਸਮਾਸ ਸ਼ਬਦ ਜਿਹੜਾ ਹੈ ਜੀ, ਸੀਟੈਟ ਦੇ ਵਿੱਚ ਵਾਰ-ਵਾਰ ਰਿਪੀਟ ਹੋ ਰਿਹਾ ਹੈ। ਤਾਂ ਜਿਵੇਂ ਕਿ ਆਪਾਂ ਵਿਆਕਰਣ ਦੀ ਵੀ ਗੱਲ ਕੀਤੀ ਹੈ ਕਿ ਪੈਡਾਗੋਗੀ ਦੇ ਨਾਲ ਨਾਲ ਵਿਆਕਰਣ ਦੀ ਵੀ ਸਟੂਡੈਂਟਸ ਨੇ ਵਧੀਆ ਤਰੀਕੇ ਨਾਲ ਤਿਆਰੀ ਕਰ ਲੈਣੀ ਚਾਹੀਦੀ ਹੈ। ਇਹਨਾਂ ਦੇ ਵਿੱਚੋਂ ਸਮਾਸੀ ਸ਼ਬਦ ਵੀ ਜਿਹੜਾ ਹੈ ਜੀ ਪੱਕਾ ਹੀ ਆ ਰਿਹਾ ਜੀ, ਵਾਰ-ਵਾਰ ਰਿਪੀਟ ਹੋ ਰਿਹਾ। ਤਾਂ ਦੇਖਦੇ ਹਾਂ, ਪਿੰਡਾਂ ਤੇ ਸ਼ਹਿਰਾਂ ਦੇ ਸੁਮੇਲ ਲਈ, ਪਹਿਲ ਸ਼ਹਿਰ ਅਤੇ ਜਰਗ ਨਾਂ ਦੇ ਪਿੰਡ ਦੀ ਸਹਿਹੋਂਦ ਲਈ, ਕਿਉਂਕਿ ਲੋਕਾਂ ਵਿੱਚ ਮਾਨਤਾ ਹੈ ਕਿ ਦੋਹਾਂ ਦਾ ਨਾਂ ਇਕੱਠਾ ਬੋਲਣ ਨਾਲ ਬਿਮਾਰੀਆਂ ਨਹੀਂ ਲੱਗਦੀਆਂ, ਕਿਉਂਕਿ ਇੱਥੇ ਜਰਗ ਤੇ ਛਪਾਰ ਦਾ ਮੇਲਾ ਲੱਗਦਾ ਹੈ ਜੀ। ਤਾਂ ਇਸਦੇ ਨਾਲ ਹੀ ਜੇ ਆਪਾਂ ਗੱਲ ਕਰੀਏ ਤਾਂ ਇਸ ਦਾ ਆਨਸਰ ਆਏਗਾ ਜੀ ਦੂਸਰਾ ਆਪਸ਼ਨ ਜੀ। ਪਹਿਲ ਸ਼ਹਿਰ ਤੇ ਜਰਗ ਨਾਂ ਦੇ ਪਿੰਡ ਦੀ ਸਹਿਹੋਂਦ ਹੈ ਜੀ। ਠੀਕ ਹੈ, ਇੱਥੇ ਜਰਗ ਤੇ ਪਹਿਲ ਦੋ ਸ਼ਬਦਾਂ ਨੂੰ ਜੋੜ ਕੇ ਸਮਾਸੀ ਸ਼ਬਦ ਬਣਾਇਆ ਗਿਆ ਜੀ। ਹਾਂਜੀ, ਅੱਗੇ ਵਧਦੇ ਹਾਂ ਜੀ ਆਪਾਂ ਪ੍ਰਸ਼ਨ ਨੰਬਰ 128 ਦੇ ਉੱਪਰ। ਉਸ ਤੋਂ ਪਹਿਲਾਂ ਇੱਕ ਖਾਸ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਲਈਏ ਕਿ ਸਾਵਲ ਕਲਾਸਿਸ ਦੇ ਵਿੱਚ ਫ੍ਰੀ ਵਟਸਐਪ ਗਰੁੱਪ ਜਿਹੜਾ ਹੈ ਜੀ, ਉਹ ਬਣਾਇਆ ਗਿਆ ਹੈ। ਅਗਰ ਤੁਸੀਂ ਸੀਟੈਟ ਦੀ ਤਿਆਰੀ ਕਰ ਰਹੇ ਹੋ ਜਾਂ ਕਰਨਾ ਚਾਹੁੰਦੇ ਹੋ ਤਾਂ ਆਪਣਾ ਨੇਮ, ਸੀਟੈਟ ਦਾ ਜਿਵੇਂ ਲਿਖ ਕੇ ਤੇ ਸਟੇਟ ਟਾਈਪ ਕਰਕੇ ਵਟਸਐਪ ਮੈਸੇਜ ਇਹਨਾਂ ਦੋਵਾਂ ਨੰਬਰਾਂ ਦੇ ਉੱਪਰ ਸੈਂਡ ਕਰਨਾ ਹੈ ਜੀ। ਔਰ ਦੂਸਰਾ ਕੀ ਹੈ ਜੀ, ਟੈਲੀਗ੍ਰਾਮ ਗਰੁੱਪ ਦੇ ਵਿੱਚ ਵੀ ਕੀ ਹੈ
ਜੇ ਤੁਸੀਂ ਜੁੜਨਾ ਚਾਹੁੰਦੇ ਹੋ ਤਾਂ ਸਰਚ ਦੇ ਵਿੱਚ ਜਾ ਕੇ ਸਾਵਲ ਸੀਟੈਟ ਜਿਹੜਾ ਹੈ ਤੁਸੀਂ ਸਰਚ ਕਰੋਗੇ ਤਾਂ ਇਸ ਗਰੁੱਪ ਦੇ ਨਾਲ ਤੁਸੀਂ ਜੁੜ ਸਕਦੇ ਹੋ। ਇਸ ਦੇ ਵਿੱਚ WhatsApp ਗਰੁੱਪ ਦੇ ਨਾਲ ਕੀ ਹੈ ਜੀ, ਟੈਲੀਗ੍ਰਾਮ ਗਰੁੱਪ ਦੇ ਵਿੱਚ ਹਰੇਕ ਸਬਜੈਕਟ ਦੀ ਜਿਹੜੀ ਆਪਾਂ ਪੇਪਰਸ ਡਿਸਕਸ ਕਰ ਰਹੇ ਹਾਂ ਉਹਨਾਂ ਦੀ ਜਿਹੜੀ PDF ਹੈ ਤੁਹਾਨੂੰ ਇੱਥੇ ਮਿਲ ਜਾਏਗੀ ਜੀ। ਇਸ ਦੇ ਨਾਲ ਹੀ ਹੋਰ ਵੀ ਬਹੁਤ ਸਾਰੀਆਂ ਜਾਣਕਾਰੀਆਂ ਇਹਨਾਂ ਗਰੁੱਪਸ ਦੇ ਵਿੱਚ ਸੈਂਡ ਕੀਤੀ ਜਾਂਦੀ ਹੈ, ਸ਼ੇਅਰ ਕੀਤੀ ਜਾਂਦੀ ਹੈ, ਜਿਸ ਦੇ ਨਾਲ ਸੀਟੈਟ ਦੀ ਤਿਆਰੀ ਕਰਨ ਵਾਲੇ ਸਾਥੀਆਂ ਨੂੰ ਬਹੁਤ ਹੀ ਜਿਹੜੀ ਹੈਲਪ ਮਿਲੇਗੀ ਅਤੇ ਉਹਨਾਂ ਦੀ ਜਿਹੜੀ ਤਿਆਰੀ ਇੱਕ ਚੰਗੇ ਲੈਵਲ ਦੇ ਉੱਪਰ ਪਹੁੰਚ ਜਾਂਦੀ ਹੈ ਜੀ। ਹਾਂਜੀ, ਅੱਗੇ ਆਪਾਂ ਦੇਖਦੇ ਹਾਂ ਜੀ, ਇੱਕ ਪੈਰਾ ਰਚਨਾ ਫਿਰ ਸ਼ੁਰੂ ਹੁੰਦਾ ਹੈ ਜੀ। ਪੜ੍ਹਦੇ ਹਾਂ ਆਪਾਂ, ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਗੰਗਾ ਦੀਨ ਆਪ ਬਹੁਤ ਮਧਰਾ ਸੀ, ਉਸ ਦਾ ਚਿਹਰਾ ਮੋਹਰਾ ਉਸ ਦੇ ਆਪਣੇ ਬਣਾਏ ਬੂਟਾਂ ਵਰਗਾ ਸਾਫ ਸੀ। ਉਸ ਉੱਤੇ ਕੋਈ ਦਿਖਾਵਾ ਜਾਂ ਹੋਛਾਪਣ ਨਹੀਂ ਸੀ। ਉਸ ਦੇ ਸਿਰ ਤੇ ਦਾੜੀ ਦੇ ਵਾਲ ਭੂਰੇ ਹੋ ਚੁੱਕੇ ਸਨ, ਪਰ ਉਸ ਦੀ ਆਵਾਜ਼ ਬੜੀ ਸਾਫ ਸੀ। ਉਹ ਬੜੇ ਠਰਮੇ ਵਾਲਾ ਸੀ ਅਤੇ ਸਭ ਕੰਮ ਠੰਡੇ ਦਿਲ ਨਾਲ ਕਰਦਾ ਸੀ। ਉਸ ਦੀਆਂ ਅੱਖਾਂ ਵਿੱਚ ਚਮਕ ਸੀ ਜੋ ਦੱਸਦੀ ਸੀ ਕਿ ਇਹਨਾਂ ਅੱਖਾਂ ਦਾ ਮਾਲਕ ਹਰ ਇੱਕ ਕੰਮ ਨਮੂਨੇ ਦਾ ਕਰਦਾ ਹੈ, ਆਪਣੀ ਸਾਰੀ ਵਾਹ ਲਾ ਕੇ ਕਰਦਾ ਹੈ ਅਤੇ ਆਪਣੇ ਦਿਲ ਦੇ ਪੂਰੇ ਚਾਅ ਨਾਲ ਕਰਦਾ ਹੈ। ਉਸ ਦਾ ਵੱਡਾ ਭਰਾ ਭਾਵੇਂ ਰਤਾ ਲੱਤਣ ਉੱਤੇ ਸੀ ਤੇ ਕੁੱਬਾ ਵੀ ਸੀ, ਪਰ ਉਹ ਗੰਗਾ ਦੀ ਨਾਲ ਇੰਨਾ ਰਲਦਾ ਸੀ ਕਿ ਮੈਨੂੰ ਕਈ ਵਾਰ ਪਤਾ ਨਹੀਂ ਸੀ ਲੱਗਦਾ ਕਿ ਮੈਂ ਉਹਨਾਂ ਵਿੱਚੋਂ ਕਿਸ ਨਾਲ ਗੱਲਾਂ ਕਰ ਰਿਹਾ ਹਾਂ। ਫਿਰ ਵੀ ਇੱਕ ਨਿਸ਼ਾਨੀ ਮੈਨੂੰ ਲੱਭੀ ਹੋਈ ਹੈ। ਜੇ ਤਾਂ ਮੇਰੇ ਨਾਲ ਗੱਲਾਂ ਕਰਨ ਵਾਲਾ ਕਹਿੰਦਾ ਹੈ ਮੈਂ ਭਰਾ ਨੂੰ ਪੁੱਛਾਂਗਾ, ਤਾਂ ਮੈਂ ਸਮਝ ਲੈਂਦਾ ਹਾਂ ਕਿ ਵੱਡਾ ਭਰਾ ਹੈ। ਜੇ ਉਹ ਨਾ ਕਹਿੰਦਾ ਤਾਂ ਗੰਗਾ ਦੀਨ ਹੁੰਦਾ ਹੈ। ਠੀਕ ਹੈ ਜੀ, ਇੱਥੇ ਗੰਗਾ ਦੀਨ ਬਾਰੇ ਤੇ ਉਸਦੇ ਸਕੇ ਭਰਾ ਜੋ ਬਿਲਕੁਲ ਉਸਦੀ ਤਰ੍ਹਾਂ ਹੀ ਦੇਖਣ ਨੂੰ ਲੱਗਦਾ ਹੈ ਜੀ, ਤਾਂ ਉਹਦੇ ਬਾਰੇ ਗੱਲ ਕੀਤੀ ਗਈ ਹੈ ਤੇ ਉਹਨਾਂ ਦੇ ਕੁਝ ਜਿਵੇਂ ਹੈ ਵਿਵਹਾਰ ਦੇ ਬਾਰੇ ਵੀ ਗੱਲ ਕੀਤੀ ਗਈ ਹੈ। ਤਾਂ ਆਪਾਂ ਇਸ ਪੈਰਾ ਰਚਨਾ ਨੂੰ ਪੜ੍ਹਿਆ ਹੈ, ਸਮਝਿਆ ਹੈ ਜੀ। ਇਹਨਾਂ ਦੇ ਆਧਾਰ ਦੇ ਉੱਤੇ ਪ੍ਰਸ਼ਨਾਂ ਨੂੰ ਆਪਾਂ ਡਿਸਕਸ ਕਰਨ ਜਾ ਰਹੇ ਹਾਂ। ਤਾਂ ਜਿਵੇਂ ਕਿ ਪ੍ਰਸ਼ਨ ਹੈ ਜੀ 129 ਨੰਬਰ, ਗੰਗਾ ਦੀਨ ਦੀਆਂ ਅੱਖਾਂ ਦੀ ਚਮਕ ਸਪਸ਼ਟ ਕਰਦੀ ਹੈ ਜੀ। ਕੀ ਸਪਸ਼ਟ ਕਰਦੀ ਹੈ ਦੇਖਦੇ ਹਾਂ ਆਪਾਂ। ਉਹ ਲਾਲਚੀ ਆਦਮੀ ਸੀ, ਉਹ ਬੇਮਿਸਾਲ ਕੰਮ ਕਰਨ ਵਾਲਾ ਸੀ, ਉਹ ਹਮੇਸ਼ਾ ਦੁਖੀ ਰਹਿੰਦਾ ਸੀ, ਆਪਣੇ ਭਰਾ ਨੂੰ ਵੇਖ ਕੇ ਉਸਨੂੰ ਚਾਅ ਚੜ ਜਾਂਦਾ ਸੀ। ਤਾਂ ਬਿਲਕੁਲ ਜੀ ਇਸ ਦਾ ਆਨਸਰ ਆਏਗਾ ਜੀ ਦੂਸਰਾ, ਉਹ ਬੇਮਿਸਾਲ ਕੰਮ ਕਰਨ ਵਾਲਾ ਸੀ। ਠੀਕ ਹੈ, ਇਹ ਬਿਲਕੁਲ ਆਪਾਂ ਪੈਰਾ ਰਚਨਾ ਨੂੰ ਪੜ੍ਹਿਆ ਸੀ, ਉੱਥੇ ਵੀ ਗੱਲ ਇਹ ਕਹੀ ਗਈ ਸੀ। ਪ੍ਰਸ਼ਨ ਨੰਬਰ 130 ਦੇਖਦੇ ਹਾਂ, ਗੰਗਾ ਦੀਨ ਦੀ ਸ਼ਕਲ ਕਿਸ ਨਾਲ ਬਹੁਤ ਮਿਲਦੀ ਸੀ? ਆਪਣੇ ਵੱਡੇ ਭਰਾ ਨਾਲ, ਆਪਣੇ ਛੋਟੇ ਭਰਾ ਨਾਲ, ਆਪਣੇ ਪਿਤਾ ਨਾਲ ਜਾਂ ਆਪਣੇ ਪੁੱਤਰ ਨਾਲ ਜੀ। ਤਾਂ ਬਿਲਕੁਲ ਆਪਾਂ ਇਹ ਪੜ੍ਹਿਆ ਹੀ ਹੈ ਜੀ। ਤਾਂ ਉਸਦੀ ਜਿਹੜੀ ਸ਼ਕਲ ਮਿਲਦੀ ਸੀ ਆਪਣੇ ਵੱਡੇ ਭਰਾ ਨਾਲ ਮਿਲਦੀ ਸੀ। ਬੜੇ ਹੀ ਆਸਾਨ ਜਿਹੇ ਕੁਐਸਚਨ ਹੈ। ਹਾਂਜੀ, ਪ੍ਰਸ਼ਨ ਹੈ ਜੀ ਕਿ 131 ਨੰਬਰ, ਗੰਗਾ ਦੀਨ ਦਾ ਭਰਾ ਕਿਹੋ ਜਿਹਾ ਦਿਸਦਾ ਸੀ? ਅੱਖੋਂ ਕਾਣਾ ਤੇ ਜਰਦ ਚਿਹਰਾ, ਦੂਜਾ ਹੈ ਕੁੱਬਾ ਤੇ ਸੁੱਚਾ ਚਿਹਰਾ, ਲੰਗੜਾ ਤੇ ਜਰਦ ਚਿਹਰਾ, ਕੁੱਬਾ ਤੇ ਪਲੱਤਣ ਚਿਹਰਾ ਜੀ। ਠੀਕ ਹੈ, ਤਾਂ ਇਸ ਦਾ ਆਨਸਰ ਆਏਗਾ ਜੀ ਫੋਰਥ ਆਪਸ਼ਨ, ਆਪਾਂ ਇਹ ਪੜ੍ਹਿਆ ਹੀ ਸੀ, ਕੁੱਬਾ ਤੇ ਪਲੱਤਣ ਚਿਹਰਾ ਜੀ। ਅੱਗੇ ਹੈ ਪ੍ਰਸ਼ਨ ਨੰਬਰ 132, ਗੰਗਾ ਦੀਨ ਨੇ ਭਰਾ ਦੀ ਪਛਾਣ ਦੇ ਆਧਾਰ ਤੇ ਲੇਖਕ ਕੀ ਦੱਸਦਾ ਹੈ? ਅੱਖਾਂ ਵਿੱਚ ਚਮਕਦਾ ਹੋਣਾ, ਵਾਲ ਭੂਰੇ ਹੋਣਾ, ਉਸਦਾ ਤਕੀਆ ਅਲਾ ਕਲਾਮ, ਸੁਭਾਅ ਵਿੱਚ ਠਰਮਾ ਹੋਣਾ ਜੀ। ਤਾਂ ਇਸ ਦਾ ਆਨਸਰ ਕੀ ਆਏਗਾ ਜੀ? ਤੀਸਰਾ ਆਪਸ਼ਨ, ਉਸਦਾ ਤਕੀਆ ਕਲਾਮ। ਹਾਂਜੀ, ਇੱਕ ਹੋਰ ਖਾਸ ਜਾਣਕਾਰੀ ਹੈ ਕਿ ਸਾਵਲ ਕਲਾਸਿਸ ਦੇ ਵਿੱਚ ਸੀਟੈਟ ਦੀ ਤਿਆਰੀ ਲਈ ਔਨਲਾਈਨ ਪੇਡ ਗਰੁੱਪ ਜਿਹੜਾ ਹੈ ਜੀ ਉਹ ਬੜੀ ਹੀ ਜਲਦੀ ਸ਼ੁਰੂ ਹੋਣ ਵਾਲੇ ਹੈ। ਜਿਹੜੇ ਸਾਥੀ ਨੇ EDD ਕੀਤੀ ਹੈ ਜੀ, ਸੀਟੈਟ ਪੇਪਰ ਫਸਟ ਜਾਂ ਪੇਪਰ ਸੈਕਿੰਡ, ਚਾਹੇ ਤੁਹਾਡਾ ਕੰਬੀਨੇਸ਼ਨ SST ਹੈ ਚਾਹੇ ਮੈਥ ਸਾਇੰਸ ਹੈ ਜੀ, ਤਿਆਰੀ ਕਰਨਾ ਚਾਹੁੰਦੇ ਹੋ ਤਾਂ ਸਾਵਲ ਕਲਾਸਿਸ ਦੇ ਇਹਨਾਂ ਕੰਟੈਕਟ ਨੰਬਰ ਦੇ ਉੱਪਰ ਕੰਟੈਕਟ ਕਰਕੇ ਆਪਣੀ ਜਿਹੜੀ ਸੀਟ ਜਿਹੜੀ ਹੈ ਤੁਸੀਂ ਉਹ ਬੁੱਕ ਕਰਵਾ ਸਕਦੇ ਹੋ। ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਲਿਮਟਿਡ ਸੀਟਸ ਹੁੰਦੀਆਂ, ਤਾਂ ਫਿਰ ਬਾਅਦ ਦੇ ਵਿੱਚੋਂ ਕਿਸੇ ਤਰ੍ਹਾਂ ਨੂੰ ਕੋਈ ਪਰੇਸ਼ਾਨੀ ਨਾ ਆਵੇ, ਇਸ ਲਈ ਜਲਦੀ ਤੋਂ ਜਲਦੀ ਆਪਣੀ ਸੀਟ ਬੁੱਕ ਕਰਵਾ ਸਕਦੇ ਹੋ ਔਰ ਸੀਟੈਟ ਦੀ ਜਿਹੜੀ ਤਿਆਰੀ ਹੈ ਉਹ ਜਲਦੀ ਤੋਂ ਜਲਦੀ ਸ਼ੁਰੂ ਕਰ ਸਕਦੇ ਹੋ ਜੀ। ਔਰ ਇਹ ਤਿਆਰੀ ਨਾਲ ਤੁਸੀਂ ਘਰ ਬੈਠੇ ਹੀ ਲੋਕਡਾਊਨ ਦੇ ਵਿੱਚ ਸਮੇਂ ਦਾ ਸਦ ਉਪਯੋਗ ਕਰਦੇ ਹੋਏ ਅਤੇ ਸ਼ਕਤੀ ਦਾ ਸਦ ਉਪਯੋਗ ਕਰਦੇ ਹੋਏ
ਆਪਣੀ ਤਿਆਰੀ ਦੇ ਵਿੱਚ ਹੋਰ ਵੀ ਵਧੀਆ ਇਜ਼ਾਫਾ ਕਰ ਸਕਦੇ ਹੋ ਅਤੇ ਸਫਲ ਹੋਣ ਦੀ ਪੂਰੀ ਸੰਭਾਵਨਾ ਸਟੂਡੈਂਟਸ ਦੀ ਬਣ ਜਾਂਦੀ ਹੈ ਜੀ। ਆਓ ਫਿਰ ਆਪਾਂ ਅੱਗੇ ਕਰਦੇ ਹਾਂ ਜੀ ਪ੍ਰਸ਼ਨ ਨੰਬਰ 131। ਉਹ ਸਭ ਕੰਮ ਠਰਮੇ ਨਾਲ ਕਰਦਾ ਸੀ। ਵਾਕ ਵਿੱਚ ਸੀ ਜਿਹੜਾ ਹੈ ਜੀ ਉਹ ਕੀ ਚੀਜ਼ ਹੈ, ਵਿਆਕਰਣ ਦਾ ਕੀ ਅੰਗ ਹੈ ਜੀ? ਉਹ ਕਿਰਿਆ ਦਾ ਕਾਲ ਬੋਧਕ ਅੰਸ਼ ਜੀ। ਉਸ ਤੋਂ ਬਾਅਦ ਹੈ ਮੁੱਖ ਕਿਰਿਆ, ਕਿਰਿਆ ਵਾਕਾਂਸ਼ ਜਾਂ ਕਿਰਦੰਤ ਜੀ। ਤਾਂ ਜਿਵੇਂ ਕਿ ਆਪਾਂ ਨੂੰ ਇਹਦਾ ਪਤਾ ਹੈ ਮੁੱਖ ਕਿਰਿਆ ਤਾਂ ਨਹੀਂ ਹੈ, ਕਿਰਿਆ ਦਾ ਵਾਕਾਂਸ਼ ਇਹ ਵੀ ਨਹੀਂ ਹੈ ਜੀ, ਕਿਰਦੰਤ ਵੀ ਨਹੀਂ ਹੈ, ਕਿਰਦੰਤ ਤਾਂ ਹੋਰ ਚੀਜ਼ ਹੁੰਦੀ ਹੈ, ਠੀਕ ਹੈ। ਤਾਂ ਇਹਦੇ ਵਿੱਚ ਫਿਰ ਆਪਣੇ ਕੋਲੇ ਆਪਸ਼ਨ ਕੀ ਰਹੇਗੀ ਜੀ? ਫਸਟ ਆਪਸ਼ਨ ਜੀ, ਕਿਰਿਆ ਦਾ ਕਾਲ ਬੋਧਕ ਅੰਸ਼ ਹੈ ਜੀ। ਸੀ ਤੋਂ ਪਤਾ ਲੱਗ ਰਿਹਾ ਵੀ ਉਹ ਕੰਮ ਹੋ ਚੁੱਕਿਆ ਹੈ, ਕਿਰਿਆ ਦਾ ਕਾਲ ਬੋਧਕ ਅੰਸ਼ ਹੈ ਜੀ, ਠੀਕ ਹੈ। ਮੁੱਖ ਕਿਰਿਆ ਜਿਵੇਂ ਕਿ ਆਪਣੇ ਕੋਲੇ ਪਤਾ ਹੀ ਹੈ ਜੀ, ਖੇਡਦਾ ਹੈ, ਹੱਸਦਾ ਹੈ, ਆਦਿ ਆਦਿ, ਠੀਕ ਹੈ। ਅਜਿਹੇ ਕਿਰਿਆਮੁਖ ਕਿਰਿਆ ਨੂੰ ਆਪਾਂ ਕਹਿ ਦਿੰਦੇ ਹਾਂ ਜੀ। ਉਸ ਤੋਂ ਬਾਅਦ ਹੈ ਜੀ ਪ੍ਰਸ਼ਨ ਨੰਬਰ 134। ਦੇਖੋ, ਉਸ ਦੀਆਂ ਅੱਖਾਂ ਵਿੱਚ ਚਮਕ ਸੀ। ਵਾਕ ਵਿੱਚ ਉਸ ਕੀ ਹੈ ਜੀ? ਵਿਸ਼ੇਸ਼ਣ ਹੈ, ਪੜਨਾਮ ਹੈ, ਕਰਮ ਬੋਧਕ ਨਾਮ ਹੈ ਜਾਂ ਕਰਤਾ ਬੋਧਕ ਨਾਮ ਹੈ ਜੀ। ਉਸ ਦੀਆਂ ਅੱਖਾਂ ਵਿੱਚ ਚਮਕ ਸੀ, ਇਹਦੇ ਵਿੱਚ ਉਸ ਜਿਹੜਾ ਹੈ ਨਾਮ ਦੀ ਥਾਂ ਤੇ ਵਰਤਿਆ ਗਿਆ ਜੀ, ਇਸ ਲਈ ਇਹ ਫਿਰ ਕੀ ਹੋਇਆ ਜੀ? ਪੜਨਾਮ ਜੀ, ਠੀਕ ਹੈ, ਪੜਨਾਮ ਹੈ ਸ਼ਬਦ ਇਹ। ਬਹੁਤ ਹੀ ਆਸਾਨ ਕੁਐਸਚਨ। ਅੱਗੇ ਵਧਦੇ ਹਾਂ ਜੀ ਪ੍ਰਸ਼ਨ ਨੰਬਰ 135 ਦੇ ਉੱਪਰ। ਗੰਗਾਦੀਨ ਦੀ ਦਿੱਖ ਕਿਹੋ ਜਿਹੀ ਸੀ? ਬਿਲਕੁਲ ਇਹ ਗੰਗਾਦੀਨ ਦੇ ਬਾਰੇ ਹੀ ਕਾਫੀ ਗੱਲਾਂ ਇਹਦੇ ਵਿੱਚ ਲਿਖੀਆਂ ਗਈਆਂ। ਛੋਟੇ ਕੱਦ ਦਾ ਅਤੇ ਸੰਘਣੇ ਵਾਲਾਂ ਵਾਲਾ, ਮਧਰਾ ਅਤੇ ਕਾਲੇ ਵਾਲਾਂ ਵਾਲਾ, ਛੋਟੇ ਕੱਦ ਦਾ ਅਤੇ ਪੂਰੇ ਵਾਲਾਂ ਵਾਲਾ, ਲੰਮਾ ਅਤੇ ਪੂਰੇ ਵਾਲਾਂ ਵਾਲਾ ਜੀ। ਤਾਂ ਇਸ ਦਾ ਆਨਸਰ ਕੀ ਆਏਗਾ ਜੀ ਆਪਣੇ ਕੋਲੇ? ਤੀਸਰਾ ਆਪਸ਼ਨ ਜੀ। ਇਹ ਗੱਲ ਸਪਸ਼ਟ ਰੂਪ ਦੇ ਵਿੱਚ ਦੱਸੀ ਹੀ ਗਈ ਸੀ। ਛੋਟੇ ਕੱਦ ਦਾ ਅਤੇ ਭੂਰੇ ਵਾਲਾਂ ਵਾਲਾ ਜਿਹੜਾ ਹੈ ਗੰਗਾਦੀਨ ਦਾ ਜਿਵੇਂ ਦੱਸਿਆ ਗਿਆ ਜੀ। ਪ੍ਰਸ਼ਨ ਨੰਬਰ ਆਪਾਂ ਅੱਗੇ ਗੱਲ ਕਰਦੇ ਹਾਂ ਜੀ 136 ਦੇ ਉੱਪਰ। ਇੱਕ ਵਿਸਤ੍ਰਿਤ ਪੜ੍ਹਤ ਬੱਚਿਆਂ ਦੀ ਰੁਚੀ ਕਿਸ ਵੱਲ ਵਧਾਉਂਦੀ ਹੈ ਜੀ? ਇਹ ਜਿਹੜੇ ਆ ਪੈਡਾਗੋਗੀ ਦੇ ਕੁਐਸਚਨ ਸ਼ੁਰੂ ਹੋ ਗਏ ਜੀ ਆਪਣੇ। ਪੈਡਾਗੋਗੀ ਦੇ ਬਾਰੇ ਆਪਾਂ ਨੂੰ ਪਤਾ ਹੀ ਹੈ ਕਿ ਅਧਿਆਪਨ ਦਾ ਅਧਿਐਨ ਜੀ। ਤਾਂ ਜਿਵੇਂ ਕਿ ਤੁਸੀਂ ਸਿਲੇਬਸ ਵਿੱਚ ਦੇਖਦੇ ਹੋ ਤਾਂ ਸਿਲੇਬਸ ਦੇ ਵਿੱਚ ਸਿਰਫ ਤੋਂ ਸਿਰਫ 7 ਜਾਂ 8 ਟੌਪਿਕ ਹੀ ਦੱਸੇ ਹੋਏ ਆ ਜੀ, ਜੋ ਕਿ ਸੀ-ਟੈਟ ਕਰੈਕ ਕਰਨ ਲਈ ਕਾਫੀ ਨਹੀਂ ਹੈ। ਤਾਂ ਸਾਵਲ ਕਲਾਸ ਦੇ ਵਿੱਚ ਪੰਜਾਬੀ ਦੇ ਜਿਵੇਂ ਕਿ ਜੀ ਆਪਾਂ ਆਨਲਾਈਨ ਪੇਡ ਗਰੁੱਪ ਦੇ ਵਿੱਚ ਘੱਟੋ ਘੱਟ 20-21 ਟੌਪਿਕ ਕਰਦੇ ਹਾਂ ਜੀ, ਠੀਕ ਹੈ। ਇਹ ਸਾਰੇ ਟੌਪਿਕ ਕਰਕੇ ਆਪਣੀ ਜਿਹੜੀ ਤਿਆਰੀ ਹੈ ਇੱਕ ਬਹੁਤ ਹੀ ਵਧੀਆ ਲੈਵਲ ਦੇ ਉੱਪਰ ਪਹੁੰਚ ਜਾਂਦੀ ਹੈ। ਫਿਰ ਚਾਹੇ ਕਿਸੇ ਵੀ ਟੌਪਿਕ ਦਾ ਜਿਹੜਾ ਹੈ ਕੋਈ ਕੁਐਸਚਨ ਆ ਜਾਏ ਤਾਂ ਆਪਾਂ ਉਸ ਨੂੰ ਜਦੋਂ ਤਿਆਰੀ ਹੀ ਆਪਾਂ ਕਾਫੀ ਹੱਦ ਤੱਕ ਵੱਧ ਕਰ ਲਈ ਹੈ ਤਾਂ ਫਿਰ ਜਿਹੜੀ ਹੈ ਇਹਨਾਂ ਪ੍ਰਸ਼ਨਾਂ ਦੇ ਉੱਤਰ ਜਿਹੜੇ ਆ ਦੇਣੇ ਆਸਾਨ ਹੋ ਜਾਂਦੇ ਆ। ਤਾਂ ਸਿਰਫ 7 ਜਾਂ 8 ਟੌਪਿਕ ਕਲੀਅਰ ਕਰਕੇ ਹੀ ਜਿਹੜੀ ਹੈ ਤਿਆਰੀ ਪੂਰੀ ਕੰਪਲੀਟ ਨਹੀਂ ਹੁੰਦੀ, ਤਾਂ ਘੱਟੋ ਘੱਟ ਆਪਾਂ ਨੂੰ 20-21 ਟੌਪਿਕ ਕਰਨੇ ਪੈਣੇ ਆ ਜੀ, ਠੀਕ ਹੈ। ਫਿਰ ਜਾ ਕੇ ਆਪਾਂ ਸੀ-ਟੈਟ ਦੇ ਵਿੱਚ ਚੰਗੇ ਆਪਾਂ ਅੰਕ ਲੈ ਸਕਦੇ ਹਾਂ। ਤਾਂ ਆਪਾਂ ਦੇਖਦੇ ਹਾਂ ਪ੍ਰਸ਼ਨ ਨੰਬਰ ਪੜ੍ਹਤ ਦੀ ਗੱਲ ਕੀਤੀ ਹੈ ਜੀ। ਇੱਕ ਵਿਸਤ੍ਰਿਤ ਪੜ੍ਹਤ ਬੱਚਿਆਂ ਲਈ ਰੁਚੀ ਕਿਸ ਵੱਲ ਵਧਾਉਂਦੀ ਹੈ ਜੀ? ਅਣਪਛਾਤੇ ਸ਼ਬਦਾਂ ਦੀ ਅਰਥ ਲੱਭਣ ਲਈ ਪਾਠ ਵਿੱਚ ਵਰਤੀਆਂ ਗਈਆਂ ਵਿਆਕਰਨਿਕ ਮੱਦਾਂ ਦੀ ਵਰਤੋਂ ਵੱਲ, ਜਾਂ ਕਵਿਤਾ ਪਾਠ ਵੱਲ, ਜਾਂ ਆਨੰਦ ਮਾਣਨ ਲਈ ਪਾਠ ਦੀ ਪੜ੍ਹਤ ਵੱਲ ਜੀ। ਤੇ ਜਦੋਂ ਬੱਚਾ ਵਿਸਤ੍ਰਿਤ ਪਾਠ ਪੜ੍ਹ ਰਿਹਾ ਜੀ ਤਾਂ ਉਸਦਾ ਫਿਰ ਆਨੰਦ ਜਿਹੜਾ ਹੈ ਉਹ ਮਾਣ ਰਿਹਾ ਜੀ ਪੜ੍ਹਨ ਨੂੰ, ਤਾਂ ਆਨੰਦ ਮਾਣਨ ਲਈ ਪਾਠ ਦੀ ਪੜ੍ਹਤ ਵੱਲ ਜਿਹੜਾ ਹੈ ਰੁਚੀ ਵਧਾਉਂਦੀ ਹੈ ਜੀ। ਅੱਗੇ ਹੈ ਜੀ ਪ੍ਰਸ਼ਨ ਨੰਬਰ 137। ਦੇਖੋ, ਇੱਕ ਅਧਿਆਪਕ ਲੇਹ ਬਾਰੇ ਇੱਕ ਅਧਿਆਇ ਦੀ ਸ਼ੁਰੂਆਤ ਕਰਦਾ ਹੈ। ਸ਼ੁਰੂ ਤੋਂ ਪਹਿਲਾਂ ਉਹ ਲੇਹ ਬਾਰੇ ਬਲੈਕ ਬੋਰਡ ਉੱਪਰ ਇੱਕ ਚਿੱਤਰ ਬਣਾਉਂਦਿਆਂ ਚਰਚਾ ਦਾ ਆਰੰਭ ਕਰਦਾ ਹੈ। ਜਿਵੇਂ ਕਿ ਉਸਨੇ ਬਣਾਇਆ ਜੀ ਲੇਹ, ਠੀਕ ਹੈ। ਲੇਹ ਬਾਰੇ 200 ਗੱਲਾਂ ਦੱਸੀਆਂ, ਮਸ਼ਹੂਰ ਥਾਵਾਂ ਦੇ ਵਿੱਚੋਂ ਇੱਕ ਹੈ। ਇਸ ਦੀ ਜਲਵਾਯੂ ਬਾਰੇ ਦੱਸਿਆ, ਭਾਸ਼ਾ ਬਾਰੇ, ਖਾਣ ਪੀਣ ਤੇ ਸੱਭਿਆਚਾਰ ਬਾਰੇ ਦੱਸਿਆ ਜੀ, ਠੀਕ ਹੈ। ਤਾਂ ਇਹ ਜੋ ਪੜ੍ਹਾਉਣ ਦਾ ਤਰੀਕਾ ਹੈ ਜੀ, ਤਾਂ ਉਸਨੇ ਕੀ ਬਣਾਇਆ ਜੀ ਬਲੈਕ ਬੋਰਡ ਦੇ ਉੱਪਰ, ਇਹ ਪੁੱਛਿਆ ਗਿਆ ਕਿ ਅਧਿਆਪਕ ਰਾਹੀਂ ਬਲੈਕ ਬੋਰਡ ਉੱਪਰ ਬਣਾਇਆ ਚਿੱਤਰ ਹੈ ਜੀ, ਕਿਸ ਚੀਜ਼ ਦਾ ਚਿੱਤਰ ਹੈ ਜੀ? ਇਹ ਕਿਸ ਚੀਜ਼ ਨੂੰ ਪੇਸ਼ ਕਰ ਰਿਹਾ ਹੈ? ਸਟੇਟ ਮੈਪ, ਕੰਸੈਪਟ ਮੈਪ, ਥੀਮੈਟਿਕ ਮੈਪ, ਜਾਂ ਮੈਪਿੰਗ ਡਿਵਾਈਸ ਜੀ, ਠੀਕ ਹੈ। ਇੱਥੇ ਕੀ ਹੈ ਜੀ? ਕੰਸੈਪਟ ਕਲੀਅਰ ਕਰ ਰਿਹਾ ਜੀ ਉਹ। ਤਾਂ ਇੱਥੇ ਫਿਰ ਆਨਸਰ ਕੀ ਆਏਗਾ? ਦੂਸਰਾ ਆਪਸ਼ਨ ਜੀ, ਕੰਸੈਪਟ ਮੈਪ ਜੀ, ਠੀਕ ਹੈ। ਅੱਗੇ ਚੱਲਦੇ ਹਾਂ ਜੀ ਆਪਾਂ ਪ੍ਰਸ਼ਨ ਨੰਬਰ 138 ਦੇ ਉੱਪਰ। ਬੱਚੇ ਉਸ ਸਮੇਂ
ਅਸਰਦਾਰ ਢੰਗ ਨਾਲ ਲਿਖਣਾ ਸਿੱਖਣਗੇ ਜਦੋਂ। ਹਾਂਜੀ, ਜਦੋਂ ਬੱਚੇ ਨੂੰ ਅਸਰਦਾਰ ਢੰਗ ਨਾਲ ਲਿਖਣਾ ਕੌਸ਼ਲ ਦਾ ਵਿਕਾਸ ਕਰਨਾ ਹੈ ਤਾਂ ਕਿਸ ਤਰੀਕੇ ਦਾ ਲਿਖਾਉਣਾ ਸਿਖਾਇਆ ਜਾਵੇ। ਆਓ ਆਪਾਂ ਦੇਖਦੇ ਹਾਂ। ਕੋਈ ਲਿਖਤ ਅਧਿਆਪਕ ਵੱਲੋਂ ਵਿਦਿਆਰਥੀ ਨੂੰ ਬੋਲ ਕੇ ਲਿਖਾਈ ਜਾਂਦੀ ਹੈ। ਕੋਈ ਲਿਖਤ ਵਿਦਿਆਰਥੀਆਂ ਦੇ ਸੰਦਰਭ ਤੇ ਆਸ਼ੇ ਨਾਲ ਸੰਬੰਧਿਤ ਹੈ, ਯਾਨੀ ਕਿ ਉਹਨਾਂ ਦੀ ਭਾਵਨਾਵਾਂ ਦੇ ਨਾਲ ਸੰਬੰਧਿਤ ਹੈ ਜੀ। ਉਸ ਤੋਂ ਬਾਅਦ ਹੈ ਕੋਈ ਲਿਖਤ ਅਧਿਆਪਕ ਦੇ ਸੰਦਰਭ ਅਤੇ ਸੱਭਿਆਚਾਰ ਨਾਲ ਸੰਬੰਧਿਤ ਹੁੰਦੀ ਹੈ। ਕਿਸੇ ਲਿਖਤ ਦਾ ਬੋਲ ਅਤੇ ਉਸਦੇ ਲਿਖਤੀ ਰੂਪ ਵਿਚਕਾਰ ਸੰਪਰਕ ਹੁੰਦਾ ਹੈ ਜੀ। ਤੇ ਜਦੋਂ ਬੱਚਿਆਂ ਨੂੰ ਉਹਨਾਂ ਦੇ ਆਪਣੇ ਹੀ ਭਾਵਾਂ ਨਾਲ ਲਿਖਣ ਲਈ ਪ੍ਰੇਰਿਤ ਕੀਤਾ ਜਾਵੇਗਾ ਤਾਂ ਉਹ ਵਧੀਆ ਤਰੀਕੇ ਨਾਲ ਲਿਖ ਪਾਉਣਗੇ ਜੀ। ਤਾਂ ਇਸ ਦਾ ਆਨਸਰ ਆਏਗਾ ਜੀ ਦੂਸਰਾ ਆਪਸ਼ਨ ਜੀ। ਕੋਈ ਲਿਖਤ ਵਿਦਿਆਰਥੀਆਂ ਦੇ ਸੰਦਰਭ ਅਤੇ ਆਸ਼ੇ ਨਾਲ ਸੰਬੰਧਿਤ ਹੋਵੇ ਜੀ। ਆਸ਼ੇ ਮਤਲਬ ਭਾਵਨਾਵਾਂ ਦੇ ਨਾਲ। ਜਦੋਂ ਉਹ ਆਪਣੀਆਂ ਹੀ ਭਾਵਨਾਵਾਂ ਨੂੰ ਵਧੀਆ ਤਰੀਕੇ ਨਾਲ ਲਿਖ ਕੇ ਪੇਸ਼ ਕਰਨਗੇ ਤਾਂ ਉਹਨਾਂ ਦਾ ਜਿਹੜਾ ਲਿਖਣ ਦਾ ਜਿਹੜਾ ਅਸਰਦਾਰ ਜਿਹੜਾ ਢੰਗ ਹੈ ਉਹ ਸਿਖਾਇਆ ਜਾ ਰਿਹਾ ਹੋਵੇਗਾ ਜੀ। ਅੱਗੇ ਵਧਦੇ ਹਾਂ ਜੀ ਪ੍ਰਸ਼ਨ ਨੰਬਰ 139 ਦੇ ਉੱਪਰ। ਹੇਠ ਲਿਖਿਆਂ ਵਿੱਚੋਂ ਕਿਹੜਾ ਪ੍ਰੋਡਕਟ ਅਪਰੋਚ ਦਾ ਸਿੱਟਾ ਨਹੀਂ ਹੈ। ਦੇਖੋ ਸੀਟੈਟ ਦੇ ਵਿੱਚ ਕਈ ਸ਼ਬਦ ਜਿਹੜੇ ਆ ਜੀ ਪੰਜਾਬੀ ਦੇ ਵਿੱਚ ਉਸੇ ਤਰੀਕੇ ਨਾਲ ਹੀ ਅੰਗਰੇਜ਼ੀ ਦੇ ਵਿੱਚ ਜਿਵੇਂ ਅਨੁਵਾਦ ਕੀਤੇ ਜਾਂਦੇ ਆ ਜੀ, ਤਾਂ ਸਿੱਟਾ ਨਹੀਂ ਹੈ। ਪ੍ਰੋਡਕਟ ਅਪਰੋਚ ਮਤਲਬ ਜਿਵੇਂ ਕਿ ਕੋਈ ਚੀਜ਼ ਤਿਆਰ ਕੀਤੀ ਗਈ ਹੋਵੇ, ਉਤਪਾਦਨ ਤਿਆਰ ਕੀਤਾ ਹੋਇਆ, ਉਸ ਦਾ ਸਿੱਟਾ ਨਹੀਂ ਹੈ ਜੀ ਪ੍ਰੋਡਕਟ ਅਪਰੋਚ ਦਾ। ਦੇਖਦੇ ਹਾਂ ਆਪਾਂ। ਇਹ ਅਤਿਅੰਤ ਅਧਿਆਪਕ ਕੇਂਦਰਿਤ ਹੁੰਦਾ ਹੈ ਜੀ, ਠੀਕ ਹੈ, ਬਿਲਕੁਲ ਹੁੰਦਾ ਹੈ। ਇਹ ਵਿਵਹਾਰਿਕ ਮਾਡਲ ਤੇ ਆਧਾਰਿਤ ਹੁੰਦਾ ਹੈ ਜੀ, ਵਿਵਹਾਰਿਕ ਵੀ ਹੈ ਜੀ। ਇਹ ਤਿਆਰ ਉਤਪਾਦ ਤੇ ਕੇਂਦਰਿਤ ਹੁੰਦੀ ਹੈ ਜੀ, ਇਹ ਵੀ ਠੀਕ ਹੈ। ਇਹ ਵਿਚਾਰਾਂ ਦੀ ਪੈਦਾਵਾਰ ਅਤੇ ਕਿਸਮ ਤੇ ਕੇਂਦਰਿਤ ਹੁੰਦਾ ਜੀ, ਨਹੀਂ ਜੀ। ਇਸ ਦੇ ਵਿੱਚ ਜਿਹੜਾ ਨਹੀਂ ਸਿੱਟਾ ਹੈ ਜੀ ਉਹ ਆਏਗਾ ਫੋਰਥ ਆਪਸ਼ਨ ਜੀ। ਇਹ ਵਿਚਾਰਾਂ ਦੀ ਪੈਦਾਵਾਰ ਅਤੇ ਕਿਸਮ ਤੇ ਕੇਂਦਰਿਤ ਨਹੀਂ ਹੁੰਦੀ ਜੀ, ਠੀਕ ਹੈ ਜੀ। ਇਸ ਨੂੰ ਆਪਾਂ ਕੀ ਕਹਿ ਦਿੰਦੇ ਹਾਂ, ਪ੍ਰੋਡਕਟ ਅਪਰੋਚ ਜੀ। ਪ੍ਰਸ਼ਨ ਨੰਬਰ 140 ਦੇਖੋ, ਪ੍ਰੋਸੈਸ ਅਪਰੋਚ ਜੀ। ਹਾਂਜੀ, ਪ੍ਰੋਸੈਸ ਅਪਰੋਚ ਦੇ ਮੱਦੇਨਜ਼ਰ ਲਿਖਤੀ ਕਾਰਜ ਦੀ ਸ਼ੁਰੂਆਤ ਕਰਦਿਆਂ ਹੇਠ ਲਿਖਿਆਂ ਵਿੱਚੋਂ ਕਿਹੜਾ ਇੱਕ ਅਧਿਆਪਕ ਨੂੰ ਨਹੀਂ ਵਰਤਣਾ ਚਾਹੀਦਾ ਜੀ। ਹਾਂਜੀ, ਤਾਂ ਲਿਖਤੀ ਕਾਰਜ ਦੀ ਸ਼ੁਰੂਆਤ ਕਰਦਿਆਂ ਪ੍ਰੋਸੈਸ ਅਪਰੋਚ ਦੇ ਵਿੱਚ ਕੀ ਨਹੀਂ ਹੋਣਾ ਚਾਹੀਦਾ ਜੀ। ਦੇਖਦੇ ਹਾਂ ਆਪਾਂ। ਦਿਮਾਗੀ ਉਕਸਾਹਟ, ਨੋਟਸ ਲਿਖਵਾਉਣਾ, ਇੱਥੇ ਨੋਟਸ ਸ਼ਬਦ ਲਿਖ ਲਓ ਜੀ। ਤੇ ਖਾਕਾ ਤਿਆਰ ਕਰਨਾ, ਡਰਾਫਟਿੰਗ ਜੀ, ਪ੍ਰੂਫ ਰੀਡਿੰਗ ਜੀ। ਬਿਲਕੁਲ ਜੀ, ਇਹਦੇ ਵਿੱਚ ਪਹਿਲਾ ਵੀ ਹੋਣਾ ਚਾਹੀਦਾ ਹੈ ਜੀ, ਤੀਸਰਾ ਵੀ ਹੋਣਾ ਚਾਹੀਦਾ, ਚੌਥਾ ਵੀ ਹੋਣਾ ਚਾਹੀਦਾ। ਜਿਹੜਾ ਨਹੀਂ ਹੋਣਾ ਚਾਹੀਦਾ ਉਹ ਹੈ ਜੀ ਆਪਣੇ ਕੋਲੇ ਦੂਸਰਾ ਆਪਸ਼ਨ ਜੀ, ਨੋਟਸ ਲਿਖਵਾਉਣਾ ਜੀ, ਠੀਕ ਹੈ। ਇੱਥੇ ਲਿਖਤੀ ਸ਼ੁਰੂਆਤੀ ਦੇ ਕਾਰਜ ਦੀ ਸ਼ੁਰੂਆਤ ਦੇ ਵਿੱਚ ਅਜਿਹਾ ਨਹੀਂ ਹੋਣਾ ਚਾਹੀਦਾ, ਕਿਉਂਕਿ ਸ਼ੁਰੂਆਤ ਦੇ ਵਿੱਚ ਕੀ ਹੈ ਜੀ, ਬੱਚੇ ਨੂੰ ਹਜੇ ਲਿਖਣ ਦੇ ਉੱਪਰ ਜ਼ਿਆਦਾ ਜਿਹੜੀ ਪਕੜ ਹੈ ਉਹ ਹਜੇ ਬਣੀ ਨਹੀਂ ਹੁੰਦੀ। ਯਾਨੀ ਕਿ ਆਪਾਂ ਗੱਲ ਕਰੀਏ ਉਹਨਾਂ ਦਾ ਲਿਖਣ ਦਾ ਜਿਹੜਾ ਕੌਸ਼ਲ ਹੈ ਹਜੇ ਉਹ ਵਿਕਸਿਤ ਨਹੀਂ ਹੋਇਆ ਹੁੰਦਾ। ਜਦੋਂ ਪੂਰਾ ਵਿਕਸਿਤ ਹੋ ਜੇ ਉਦੋਂ ਫਿਰ ਉਹਨਾਂ ਦੇ ਨੋਟਸ ਬਣਾਉਣੇ ਚਾਹੀਦੇ ਹੈ। ਹਾਂਜੀ, ਅੱਗੇ ਹੈ ਜੀ ਪ੍ਰਸ਼ਨ ਨੰਬਰ 141 ਦੇਖਦੇ ਹਾਂ। ਅਭਿਨੈਕਾਰੀ ਜੀ, ਰੋਲ ਪਲੇ ਹਰੇਕ ਭਾਸ਼ਾ ਜਮਾਤ ਦਾ ਇੱਕ ਅਭਿੰਨ ਅੰਗ ਹੋਣੀ ਚਾਹੀਦੀ ਹੈ, ਠੀਕ ਹੈ। ਕਿਉਂ ਹੋਣੀ ਚਾਹੀਦੀ ਹੈ ਜੀ, ਇਸ ਦੇ ਦੇਖਦੇ ਹਾਂ ਆਪਾਂ। ਇਹ ਵਿਦਿਆਰਥੀਆਂ ਨੂੰ ਖੁੱਲ੍ਹ ਕੇ ਗੱਲਾਂ ਕਰਨ ਦੀ ਯੋਗ ਬਣਾਉਂਦੀ ਹੈ। ਹੁਣ ਗੱਲਾਂ ਕਰਨ ਦੀ ਯੋਗਤਾ ਨਹੀਂ ਬਣਾਉਣਾ ਬੱਚਿਆਂ ਨੂੰ, ਠੀਕ ਹੈ। ਉਸ ਤੋਂ ਬਾਅਦ ਹੈ ਜੀ, ਇਹ ਇੱਕ ਜਮਾਤ ਦੇ ਅਸਰਦਾਰ ਪ੍ਰਬੰਧਕੀ ਨੀਤੀ ਹੈ, ਠੀਕ ਹੈ। ਇਹ ਵਿਦਿਆਰਥੀਆਂ ਨੂੰ ਕਹਾਣੀ ਯਾਦ ਕਰਨ ਦੀ ਯੋਗ ਬਣਾਉਂਦੀ ਹੈ। ਇਹ ਵਿਦਿਆਰਥੀਆਂ ਨੂੰ ਅਰਥ ਭਰਪੂਰ ਭਾਸ਼ਾਈ ਗੱਲਬਾਤ ਵਿੱਚ ਰੁੱਝਿਆ ਰੱਖਣ ਦੇ ਯੋਗ ਬਣਾਉਂਦੀ ਹੈ ਜੀ, ਠੀਕ ਹੈ। ਇੱਥੇ ਹੁਣ ਇਹ ਆਨਸਰ ਜਿਹੜਾ ਆਪਣਾ ਬਿਲਕੁਲ ਸਹੀ ਹੈ ਜੀ, ਫੋਰਥ ਆਪਸ਼ਨ ਜੀ। ਇਹ ਵਿਦਿਆਰਥੀਆਂ ਨੂੰ ਅਰਥ ਭਰਪੂਰ ਭਾਸ਼ਾਈ ਗੱਲਬਾਤ ਰੁੱਝਿਆ ਰੱਖਣ ਲਈ ਯੋਗ ਬਣਾਉਂਦੀ ਹੈ, ਠੀਕ ਹੈ ਜੀ। ਬਿਲਕੁਲ ਸਹੀ ਆਨਸਰ ਇਸ ਦਾ ਫੋਰਥ ਆਪਸ਼ਨ ਜੀ। ਤਾਂ ਰੋਲ ਅਭਿਨੈ ਜਦੋਂ ਬੱਚਾ ਕੀਤਾ ਜਾ ਰਿਹਾ ਜੀ, ਕਿਸੇ ਗੱਲਬਾਤ ਕਰ ਰਿਹਾ ਜੀ, ਤਾਂ ਉੱਥੇ ਕੋਈ ਅਰਥਪੂਰਨ ਗੱਲ ਹੀ ਕਰ ਰਿਹਾ, ਠੀਕ ਹੈ। ਭਾਸ਼ਾਈ ਗੱਲਬਾਤ ਰੁੱਝਿਆ ਰੱਖਣ ਦੀ ਯੋਗ ਬਣਾਉਂਦੀ ਹੈ। ਆਪਸ਼ਨ ਨੰਬਰ ਇਸ ਦਾ ਫੋਰਥ ਆਪਸ਼ਨ ਬਿਲਕੁਲ ਸਹੀ ਆਨਸਰ ਹੈ ਜੀ। ਤਾਂ ਕਿ ਇੱਕ ਹੋਰ ਖਾਸ ਜਾਣਕਾਰੀ ਹੈ ਵੀ ਜਿਹੜੇ ਸਟੂਡੈਂਟਸ ਬੈਂਕ ਦੀ ਤਿਆਰੀ ਕਰਨਾ ਚਾਹੁੰਦੇ ਆ, ਐਸਐਸਸੀ, ਰੇਲਵੇ, ਪੋਸਟ ਆਫਿਸ, ਨੈਟ, ਪੀਐਸਟੈਟ, ਸੀਟੈਟ ਜਾਂ ਪੰਜਾਬ ਦੀ ਕੋਈ ਵੀ ਕੰਪੀਟੀਟਿਵ ਐਗਜ਼ਾਮ, ਅਤੇ ਇਸ ਦੇ ਨਾਲ ਕੀ ਹੈ ਜੀ ਆਪਣੇ ਮਾਸਟਰ ਕੈਡਰ ਤੇ ਈਟੀਟੀ ਦੀ ਬਾਰੇ ਤੇ, ਠੀਕ ਹੈ, ਲਗਭਗ ਸਾਰੇ ਹੀ ਇਹਦੇ ਵਿੱਚ ਜਿਹੜੇ ਹੈ ਬੈਚ ਆ ਗਏ। ਤਾਂ ਸਾਵਲ ਕਲਾਸ ਦੇ ਵਿੱਚ ਤੁਸੀਂ ਘਰ ਬੈਠੇ ਹੀ ਆਪਣੀ ਜਿਹੜੀ ਹੈ ਭਿੰਨ ਕੰਪੀਟੀਸ਼ਨ ਦੀ ਜਿਹੜੀ ਹੈ ਘਰ ਬੈਠੇ ਹੀ ਤਿਆਰੀ ਕਰ ਸਕਦੇ ਹੋ ਜੀ, ਔਰ ਇੱਕ ਤਿਆਰੀ ਨੂੰ ਇੱਕ ਵਧੀਆ ਲੈਵਲ ਦੇ ਉੱਪਰ ਲੈ ਕੇ ਜਾ ਸਕਦੇ ਹੋ, ਜੋ ਕਿ ਤੁਹਾਡੀ ਸਫਲਤਾ ਦੇ ਵਿੱਚ ਕਾਫੀ ਜਿਹੜੇ ਆ ਫਾਇਦੇਮੰਦ ਸਾਬਿਤ ਹੋ ਸਕਦੀ ਹੈ ਜੀ।
ਤਾਂ ਆਓ ਜੀ ਫਿਰ ਆਪਾਂ ਸੀਟੈਟ ਦਾ ਇਹ ਕੁਐਸਚਨ ਪੇਪਰ ਜਿਹੜਾ ਹੈ ਜੀ ਅੱਗੇ ਡਿਸਕਸ ਕਰਨ ਜਾ ਰਹੇ ਹਾਂ ਜੀ। ਤਾਂ ਕੁਐਸਚਨ ਹੈ ਜੀ ਆਪਣੇ ਕੋਲੇ 142 ਨੰਬਰ, ਜਦੋਂ ਤੁਸੀਂ ਕਿਸੇ ਬੱਚੇ ਨੂੰ ਦਿੱਤੇ ਹੋਏ ਥੀਮ ਜਾਂ ਸਿਰਲੇਖ ਉੱਪਰ ਇੱਕ ਛੋਟੀ ਕਵਿਤਾ ਰਚਣ ਲਈ ਕਹਿੰਦੇ ਹੋ ਤਾਂ ਉਹ ਡੈਸ਼ ਦੀ ਵਰਤੋਂ ਕਰਦੇ ਹਨ ਜੀ। ਹਾਂਜੀ, ਕਿਸ ਚੀਜ਼ ਦੀ ਰਚਨਾ ਕਰ ਰਹੇ ਆ ਜੀ? ਰਚਨਾਤਮਕ ਚਿੰਤਨ, ਪ੍ਰਭਾਵਸ਼ਾਲੀ ਚਿੰਤਨ, ਭਾਵਨਾਤਮਕ ਚਿੰਤਨ ਜਾਂ ਸੰਸਕ੍ਰਿਤਿਕ ਚਿੰਤਨ ਜੀ। ਹਾਂਜੀ, ਕਿਸੇ ਥੀਮ ਜਾਂ ਸਿਰਲੇਖ ਉੱਪਰ ਇੱਕ ਛੋਟੀ ਕਵਿਤਾ ਰਚਣ ਲਈ ਕਹਿੰਦੇ ਹੋ। ਠੀਕ ਹੈ, ਤਾਂ ਇਸ ਦਾ ਆਂਸਰ ਕੀ ਆਏਗਾ ਜੀ? ਫਸਟ ਆਪਸ਼ਨ ਜੀ, ਰਚਨਾਤਮਕ ਚਿੰਤਨ। ਤਾਂ ਉਸਦੇ ਦਿਮਾਗ ਦੇ ਵਿੱਚ ਕੀ ਜੀ ਰਚਨਾ ਚੱਲ ਰਹੀ ਹੈ ਵੀ ਇਸ ਸਿਰਲੇਖ ਦੇ ਉੱਪਰ ਜਾਂ ਇਸ ਵਿਸ਼ੇ ਦੇ ਉੱਪਰ ਉਸਨੇ ਛੋਟੀ ਕਵਿਤਾ ਲਿਖਣੀ ਹੈ, ਤਾਂ ਫਿਰ ਉਹਦਾ ਦਿਮਾਗ ਰਚਨਾਤਮਕ ਰੂਪ ਦੇ ਵਿੱਚ ਕੰਮ ਕਰ ਰਿਹਾ ਜੀ, ਚਿੰਤਨ ਦੇ ਵਿੱਚ ਜੀ। ਤਾਂ ਆਂਸਰ ਇਸ ਦਾ ਆਏਗਾ ਰਚਨਾਤਮਕ ਚਿੰਤਨ। ਪ੍ਰਸ਼ਨ ਨੰਬਰ 143 ਦੇਖਦੇ ਹਾਂ। ਵਿਦਿਆਰਥੀਆਂ ਨੂੰ ਇੱਕ ਚੰਗਾ ਪਾਠਕ ਬਣਾਉਣ ਲਈ ਸ਼ਬਦ ਭੰਡਾਰ ਦਾ ਵਿਕਾਸ ਇੱਕ ਮਹੱਤਵਪੂਰਨ ਪੱਖ ਹੈ। ਹੇਠ ਲਿਖਿਆਂ ਵਿੱਚੋਂ ਸ਼ਬਦ ਭੰਡਾਰ ਵਿਕਸਿਤ ਕਰਨ ਲਈ ਕਿਹੜੀ ਇੱਕ ਚੰਗੀ ਯੋਜਨਾ ਹੋ ਸਕਦੀ ਹੈ? ਸਮਾਨਾਰਥੀ ਤੇ ਵਿਰੋਧੀ ਸ਼ਬਦਾਂ ਦੀ ਵਿਆਪਕ ਸੂਚੀ ਵਿਦਿਆਰਥੀਆਂ ਵੱਲੋਂ ਯਾਦ ਕਰਨੀ। ਦੂਸਰਾ ਹੈ ਇੱਕ ਨਵਾਂ ਸ਼ਬਦ ਸਾਹਮਣੇ ਆਉਣ ਤੇ ਵਿਦਿਆਰਥੀਆਂ ਵੱਲੋਂ ਸ਼ਬਦਕੋਸ਼ ਤੋਂ ਸਹਾਇਤਾ ਲੈਣੀ। ਤੀਸਰਾ ਹੈ ਵਿਦਿਆਰਥੀਆਂ ਵੱਲੋਂ ਇੱਕ ਪਾਠ ਦੇ ਔਖੇ ਸ਼ਬਦਾਂ ਨੂੰ ਰੇਖਾਂਕਿਤ ਕਰਕੇ ਉਹਨਾਂ ਦੇ ਵਾਕ ਬਣਾਉਣੇ। ਚੌਥਾ ਹੈ ਵਿਦਿਆਰਥੀਆਂ ਵੱਲੋਂ ਸੰਦਰਭ ਅਨੁਸਾਰ ਨਵੇਂ ਸ਼ਬਦਾਂ ਦੇ ਅਰਥਾਂ ਦਾ ਅਨੁਮਾਨ ਲਗਾਉਣਾ ਸਿੱਖਣਾ ਜੀ। ਤਾਂ ਇੱਥੇ ਫਿਰ ਕੀ ਹੈ ਜੀ, ਆਪਾਂ ਸ਼ਬਦ ਭੰਡਾਰ ਦਾ ਵਿਕਾਸ ਕਰਨਾ ਜੀ। ਇਸ ਦਾ ਸਹੀ ਆਂਸਰ ਆਏਗਾ ਜੀ ਫੋਰਥ ਆਪਸ਼ਨ, ਵਿਦਿਆਰਥੀਆਂ ਵੱਲੋਂ ਸੰਦਰਭ ਅਨੁਸਾਰ ਨਵੇਂ ਸ਼ਬਦਾਂ ਦੇ ਅਰਥਾਂ ਦਾ ਅਨੁਮਾਨ ਲਗਾਉਣਾ ਸਿਖਾਉਣਾ ਜੀ। ਅੱਗੇ ਹੈ ਜੀ ਪ੍ਰਸ਼ਨ ਨੰਬਰ 144। ਇੱਕ ਅਧਿਆਪਕ ਕਿਸੇ ਬੱਚੇ ਦੀ ਜ਼ਿੰਦਗੀ ਦੀਆਂ ਕੁਝ ਪ੍ਰਮੁੱਖ ਘਟਨਾਵਾਂ ਨੂੰ ਭਾਂਪ ਕੇ ਇੱਕ ਬਿਰਤਾਂਤਕ ਵੇਰਵਾ ਲਿਖਦਾ ਹੈ, ਉਸ ਨੂੰ ਕੀ ਕਿਹਾ ਜਾਵੇਗਾ ਜੀ? ਰੂਬਰਿਕਸ, ਪੋਰਟਫੋਲੀਓ, ਆਬਜ਼ਰਵੇਸ਼ਨ ਜਾਂ ਅਨੈਕਡੋਟਲ ਰਿਕਾਰਡ ਜੀ। ਠੀਕ ਹੈ, ਹਾਂਜੀ, ਬੱਚੇ ਦੀਆਂ ਜ਼ਿੰਦਗੀ ਦੀਆਂ ਕੁਝ ਪ੍ਰਮੁੱਖ ਘਟਨਾਵਾਂ ਨੂੰ ਠੀਕ ਹੈ ਜੀ ਬਿਰਤਾਂਤਕ ਰੂਪ ਦੇ ਵਿੱਚ ਲਿਖਦਾ ਹੈ। ਤਾਂ ਇਸ ਦਾ ਆਂਸਰ ਕੀ ਆਏਗਾ ਜੀ? ਫਿਰ ਐਨੈਕਡੋਟਲ ਰਿਕਾਰਡ ਇਸ ਨੂੰ ਕਿਹਾ ਜਾਂਦਾ ਹੈ ਜੀ। ਠੀਕ ਹੈ, ਤਾਂ ਇਹ ਕੁਝ ਟਰਮਸ ਜਿਵੇਂ ਆ ਜਾਂਦੀ ਹੈ ਉਸ ਨੂੰ ਅੰਗਰੇਜ਼ੀ ਦੇ ਵਿੱਚ ਵੀ ਇਸ ਤਰੀਕੇ ਨਾਲ ਲਿਖਿਆ ਜਾਂਦਾ ਹੈ, ਪੰਜਾਬੀ ਦੇ ਵਿੱਚ ਵੀ। ਪ੍ਰਸ਼ਨ ਨੰਬਰ 145 ਦੇਖਦੇ ਹਾਂ ਜੀ ਆਪਾਂ। ਹੇਠ ਲਿਖਿਆਂ ਵਿੱਚੋਂ ਕਿਹੜੀ ਇੱਕ ਸਫਲ ਬੋਲ ਅਭਿਆਸ, ਹਾਂਜੀ ਬੋਲ ਜਿਹੜਾ ਕੌਸ਼ਲ ਹੈ ਉਸ ਦੇ ਉੱਪਰ ਗੱਲ ਕੀਤੀ ਜਾ ਰਹੀ ਹੈ। ਬੋਲ ਅਭਿਆਸ ਦੀ ਵਿਸ਼ੇਸ਼ਤਾ ਹੈ ਬੱਚਿਆਂ ਦੀ ਅਨਿਯਮਿਤ ਸਹਿਭਾਗਤਾ, ਇੱਕ ਅਭਿਆਸ ਜਿਸ ਵਿੱਚ ਬੱਚਿਆਂ ਨੂੰ ਗੱਲਬਾਤ ਕਰਨ ਦਾ ਮੌਕਾ ਪ੍ਰਦਾਨ ਕਰਨਾ, ਬੱਚੇ ਸਿਰਫ ਲਕਸ਼ਿਤ ਭਾਸ਼ਾ ਵਿੱਚ ਹੀ ਗੱਲਬਾਤ ਕਰਦੇ ਹਨ, ਇੱਕ ਅਸਰਦਾਰ ਜਮਾਤ ਦੇ ਪ੍ਰਬੰਧਨ ਲਈ ਕਮਜ਼ੋਰ ਬੱਚਿਆਂ ਨੂੰ ਵਧੇਰੇ ਗੱਲਬਾਤ ਦੀ ਆਗਿਆ ਦੇਣੀ ਜੀ। ਤਾਂ ਇਸ ਦਾ ਆਂਸਰ ਫਿਰ ਆਪਣੇ ਕੋਲੇ ਆਏਗਾ ਜੀ ਦੋ ਜਿਹੜਾ ਆਪਸ਼ਨ ਹੈ ਬਿਲਕੁਲ ਸਹੀ ਹੈ। ਤਾਂ ਇੱਕ ਅਭਿਆਸ ਜਿਸ ਵਿੱਚ ਬੱਚਿਆਂ ਨੂੰ ਗੱਲਬਾਤ ਕਰਨ ਦਾ ਮੌਕਾ ਪ੍ਰਦਾਨ ਕਰਨਾ ਜੀ। ਇੱਥੇ ਜਦੋਂ ਬੱਚਿਆਂ ਨੂੰ ਬੋਲ ਅਭਿਆਸ ਕਰਵਾਇਆ ਜਾ ਰਿਹਾ ਜੀ, ਬੱਚੇ ਨੂੰ ਸਵੈ ਵਿਸ਼ਵਾਸ ਨਾਲ, ਕੌਨਫੀਡੈਂਸ ਨਾਲ ਠੀਕ ਹੈ ਆਪਣੇ ਮਨ ਦੀ ਜਿਹੜੀ ਗੱਲਬਾਤ ਨੂੰ ਕਰਨ ਦਾ ਜਿਹੜਾ ਮੌਕਾ ਪ੍ਰਦਾਨ ਦਿੱਤਾ ਜਾ ਰਿਹਾ ਜੀ। ਪ੍ਰਸ਼ਨ ਨੰਬਰ 146 ਦੇਖੋ। ਵਾਇਗੋਤਸਕੀ ਅਨੁਸਾਰ ਇੱਕ ਭਾਸ਼ਾ ਸਿੱਖਣ ਲਈ ਸਭ ਤੋਂ ਵੱਧ ਜ਼ਰੂਰੀ ਹੈ ਜੀ। ਵਾਇਗੋਤਸਕੀ ਦਾ ਜਿਵੇਂ ਕਿ ਆਪਾਂ ਪਹਿਲਾਂ ਜਿਹੜੇ ਪੇਪਰ ਡਿਸਕਸ ਕੀਤੇ ਆ ਉਹਨਾਂ ਦੇ ਵਿੱਚ ਵੀ ਵਾਇਗੋਤਸਕੀ ਦੇ ਕੁਐਸਚਨ ਆਏ ਸੀ। ਤਾਂ ਵਾਇਗੋਤਸਕੀ ਦੀ ਜਿਹੜੀ ਥਿਊਰੀ ਹੈ ਉਹ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਸਾਈਕੋਲੋਜੀ ਦਾ ਇੱਕ ਵਿਸ਼ੇਸ਼ ਟੌਪਿਕ ਹੈ ਜੀ, ਜੋ ਕਿ ਪੰਜਾਬੀ ਦੇ ਵਿੱਚ ਵੀ ਆ ਜਾਂਦਾ ਹੈ ਤੇ ਹਿੰਦੀ ਦੇ ਵਿੱਚ ਵੀ ਆ ਸਕਦਾ ਹੈ ਤੇ ਇੰਗਲਿਸ਼ ਦੀ ਪੈਡਾਗੋਜੀ ਦੇ ਵਿੱਚ ਵੀ ਆ ਸਕਦਾ ਜੀ। ਇਸ ਦਾ ਆਪਾਂ ਦੇਖਦੇ ਹਾਂ ਸਮਾਜਿਕ ਵਿਚਾਰ ਵਟਾਂਦਰਾ, ਪਾਠ ਪੁਸਤਕ, ਰੇਡੀਓ ਜਾਂ ਸ਼ਬਦਕੋਸ਼ ਜੀ। ਤਾਂ ਆਪਾਂ ਨੂੰ ਬਿਲਕੁਲ ਪਤਾ ਹੈ ਜੀ। ਤਾਂ ਵਾਇਗੋਤਸਕੀ ਨੇ ਜਿਹੜੀ ਹੈ ਸਮਾਜਿਕ ਜਿਹੜਾ ਹੈ ਅੰਤਰਕਿਰਿਆ ਦਾ ਸਿਧਾਂਤ ਦਿੱਤਾ ਸੀ। ਤਾਂ ਇਸ ਦਾ ਆਂਸਰ ਕੀ ਆਏਗਾ ਜੀ? ਫਸਟ ਆਪਸ਼ਨ, ਸਮਾਜਿਕ ਵਿਚਾਰ ਵਟਾਂਦਰਾ ਜੀ। ਅੱਗੇ ਹੈ ਜੀ ਪ੍ਰਸ਼ਨ ਨੰਬਰ 147। ਬੋਲ ਕੌਸ਼ਲ ਦੇ ਅਭਿਆਸ ਲਈ ਕਿਹੜਾ ਕਾਰਜ ਸਭ ਤੋਂ ਵੱਧ ਸਹਾਇਕ ਹੈ? ਵਿਦਿਆਰਥੀਆਂ ਵੱਲੋਂ ਕਿਸੇ ਸਿਰਲੇਖ ਉੱਪਰ ਇੱਕ ਛੋਟੀ ਅਤੇ ਵਿਵਸਥਿਤ ਪੇਸ਼ਕਾਰੀ ਕਰਨੀ, ਅਧਿਆਪਕ ਵੱਲੋਂ ਉਹਨਾਂ ਨੂੰ ਇੱਕ ਉਦੇਸ਼ਪੂਰਵਕ ਨਿਰਦੇਸ਼ ਦੇਣਾ, ਵਿਦਿਆਰਥੀਆਂ ਦਾ ਉਹਨਾਂ ਨੂੰ ਦਿੱਤੇ ਗਏ ਸੰਕੇਤਾਂ ਦੇ ਆਧਾਰ ਤੇ ਇੱਕ ਕਹਾਣੀ ਬਾਰੇ ਬਿਆਨ ਕਰਨਾ ਤੇ ਵਿਦਿਆਰਥੀਆਂ ਵੱਲੋਂ ਇੱਕ ਚੰਗੀ ਪ੍ਰੋਜੈਕਟ ਰਿਪੋਰਟ ਤਿਆਰ ਕਰਨੀ। ਤਾਂ ਬੋਲਣ ਕੌਸ਼ਲ ਦਾ ਅਭਿਆਸ ਜਦੋਂ ਕਰਵਾਇਆ ਜਾ ਰਿਹਾ ਜੀ, ਇਸ ਦਾ ਆਂਸਰ ਆਏਗਾ ਜੀ ਤੀਸਰਾ ਆਪਸ਼ਨ,
ਵਿਦਿਆਰਥੀਆਂ ਨੂੰ ਉਹਨਾਂ ਨੂੰ ਦਿੱਤੇ ਗਏ ਸੰਕੇਤਾਂ ਦੇ ਆਧਾਰ ਤੇ ਕਹਾਣੀ ਬਾਰੇ ਬਿਆਨ ਦੇਣਾ ਜੀ। ਇਹ ਬਿਲਕੁਲ ਉਹਨਾਂ ਦੇ ਸ਼ਬਦ ਕੌਸ਼ਲ ਦੇ ਵਿਕਾਸ ਦੇ ਵਿੱਚ ਸਭ ਤੋਂ ਵੱਧ ਸਹਾਇਕ ਹੋਵੇਗਾ ਜੀ। ਪ੍ਰਸ਼ਨ ਨੰਬਰ 148 ਦੇਖਦੇ ਹਾਂ। ਪਾਠ ਦੀ ਕਿਹੜੀ ਪੱਧਰ ਵਿਦਿਆਰਥੀਆਂ ਦੇ ਪੂਰਬਲੇ ਗਿਆਨ ਨੂੰ ਉਹਨਾਂ ਦੇ ਗਿਆਨ ਅਤੇ ਜਮਾਤ ਤੋਂ ਬਾਹਰੀ ਸੰਸਾਰ ਨਾਲ ਜੋੜਨ ਦੀ ਯੋਗ ਬਣਾਉਂਦੀ ਹੈ ਜੀ। ਪੂਰਬਲੇ ਮਤਲਬ ਪੂਰਵ ਗਿਆਨ ਜੀ, ਠੀਕ ਹੈ, ਪੂਰਵ ਗਿਆਨ, ਪੁਰਾਣਾ ਗਿਆਨ ਜੀ। ਪ੍ਰੀ ਰੀਡਿੰਗ, ਵਾਈਲ ਰੀਡਿੰਗ, ਬਿਫੋਰ ਰੀਡਿੰਗ ਜਾਂ ਪੋਸਟ ਰੀਡਿੰਗ ਜੀ। ਤਾਂ ਇਸ ਦੇ ਬਿਲਕੁਲ ਜਿਵੇਂ ਕਿ ਆਪਾਂ ਅੰਗਰੇਜ਼ੀ ਦੇ ਵਿੱਚ ਕੁਝ ਸ਼ਬਦਾਂ ਦੀ ਗੱਲ ਕੀਤੀ ਗਈ, ਇਹਦੇ ਵਿੱਚ ਪ੍ਰੀ ਰੀਡਿੰਗ ਯਾਨੀ ਕਿ ਪੜ੍ਹਨ ਤੋਂ ਪਹਿਲਾਂ ਹੀ, ਵਾਈਲ ਰੀਡਿੰਗ ਯਾਨੀ ਕਿ ਜਦੋਂ ਪੜ੍ਹ ਰਿਹਾ ਹੈ ਜੀ, ਬਿਫੋਰ ਰੀਡਿੰਗ ਜੀ ਮਤਲਬ ਪੜ੍ਹਨ ਤੋਂ ਪਹਿਲਾਂ, ਪੋਸਟ ਰੀਡਿੰਗ ਜੀ ਯਾਨੀ ਕਿ ਪੜ੍ਹਨ ਤੋਂ ਬਾਅਦ ਜੀ। ਤਾਂ ਇੱਥੇ ਬਾਹਰੀ ਸੰਸਾਰ ਨਾਲ ਜੋੜਨ ਦੀ ਜਿਹੜੀ ਯੋਗ ਬਣਾਏਗੀ ਜੀ, ਉਹ ਪੋਸਟ ਰੀਡਿੰਗ ਜੀ ਉਸ ਦੇ ਵਿੱਚ ਕੰਮ ਕਰੇਗੀ ਜੀ। ਠੀਕ ਹੈ, ਜਦੋਂ ਬੱਚਾ ਪੜ੍ਹ ਲੇਗਾ, ਗਿਆਨ ਪ੍ਰਾਪਤ ਕਰੇਗਾ, ਤਾਂ ਪੁਰਾਣੇ ਗਿਆਨ ਨੂੰ ਨਵੇਂ ਗਿਆਨ ਦੇ ਨਾਲ ਜੋੜ ਕੇ ਉਹ ਸੰਸਾਰ ਦੇ ਵਿੱਚ ਕੀ ਹੈ ਜੀ, ਬਾਹਰੀ ਸੰਸਾਰ ਨਾਲ ਜੋੜਨ ਦੀ ਜਿਹੜੀ ਹੈ ਯੋਗ ਬਣਾਏਗੀ ਉਸਨੂੰ। ਅੱਗੇ ਹੈ ਜੀ ਪ੍ਰਸ਼ਨ ਨੰਬਰ 149 ਦੇਖਦੇ ਹਾਂ ਆਪਾਂ। ਹਾਂਜੀ, ਇਸਨੂੰ ਥੋੜਾ ਜਿਹਾ ਆਪਾਂ ਛੋਟਾ ਕਰ ਲਈਏ। ਭਾਸ਼ਾ ਸ਼ਾਸਤਰੀਆਂ ਅਨੁਸਾਰ ਬੱਚੇ ਉਸ ਸਮੇਂ ਅਸਰਦਾਰ ਢੰਗ ਨਾਲ ਭਾਸ਼ਾ ਸਿੱਖਦੇ ਹਨ। ਹਾਂਜੀ, ਅਸਰਦਾਰ ਭਾਸ਼ਾ ਕਦੋਂ ਸਿੱਖਦੇ ਆ ਜੀ? ਜਦੋਂ ਅਧਿਆਪਕ ਰਾਹੀਂ ਜਮਾਤ ਕਾਬੂ ਹੇਠ ਕੀਤੀ ਜਾਂਦੀ ਹੈ ਅਤੇ ਉਹ ਬੱਚਿਆਂ ਦੀ ਘੱਟ ਹੀ ਪ੍ਰਵਾਹ ਕਰਦਾ ਹੈ। ਨਹੀਂ ਜੀ, ਅਧਿਆਪਕ ਬੱਚਿਆਂ ਨੂੰ ਵਿਆਕਰਣ ਦੇ ਕੰਮ ਯਾਦ ਕਰਨ ਲਈ ਉਤਸ਼ਾਹਿਤ ਕਰਦਾ ਹੈ ਜੀ, ਇਹ ਵੀ ਨਹੀਂ ਹੈ। ਬੱਚੇ ਬਲੈਕ ਬੋਰਡ ਤੋਂ ਸਾਫ਼ ਸੁਥਰੇ ਢੰਗ ਨਾਲ ਉੱਤਰ ਉਤਾਰਦੇ ਹਨ ਜੀ, ਨਹੀਂ ਜੀ। ਅਧਿਆਪਕ ਬੱਚਿਆਂ ਨੂੰ ਵੱਖੋ ਵੱਖਰੀਆਂ ਕਲਾਵਾਂ ਦੇ ਆਧਾਰ ਤੇ ਕਾਰਨਾਂ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਕਰਦਾ ਜੀ। ਜਦੋਂ ਉਹਨਾਂ ਨੂੰ ਉਹਨਾਂ ਦੀ ਕਲਾਵਾਂ ਦੇ ਆਧਾਰ ਤੇ, ਠੀਕ ਹੈ ਜੀ, ਬੱਚਿਆਂ ਨੂੰ ਵੱਖਰੀ ਵੱਖਰੀਆਂ ਕਲਾਵਾਂ ਦੇ ਆਧਾਰ ਤੇ ਕਾਰਨਾਂ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਕਰੇਗਾ, ਤਾਂ ਉਹਨਾਂ ਦਾ ਜਿਹੜਾ ਅਸਰਦਾਰ ਢੰਗ ਨਾਲ ਸਿੱਖਿਆ ਜਿਹੜੀ ਹੈ ਹੋਏਗੀ। ਤਾਂ ਆਂਸਰ ਕੀ ਆਏਗਾ ਇਸ ਦਾ? 4th ਆਪਸ਼ਨ ਜੀ। ਹਾਂਜੀ, ਤਾਂ ਸੀਟੈਟ ਦੇ ਇਸ ਦਸੰਬਰ 2019 ਦੇ ਪੇਪਰ ਸੈਕਿੰਡ ਦਾ ਲੈਂਗੁਏਜ ਸੈਕਿੰਡ ਦਾ ਕੁਐਸਚਨ ਲਾਸਟ ਹੈ ਜੀ, 150 ਨੰਬਰ। ਇੱਕ ਚੰਗਾ ਸਰੋਤਾ ਉਹ ਹੁੰਦਾ ਹੈ, ਕਿਹੜਾ ਹੁੰਦਾ ਜੀ, ਜਿਸ ਨੂੰ ਸ਼ਬਦ ਦਾ ਬੋਲਣ ਢੰਗ ਦਾ ਪਤਾ ਹੋਵੇ, ਜੋ ਇਹ ਪਛਾਣਦਾ ਹੋਵੇ ਕਿ ਇਕਾਗਰਤਾ ਨੂੰ ਕਿਵੇਂ ਵਰਤਣਾ ਹੈ। ਉਸ ਤੋਂ ਬਾਅਦ ਹੈ ਜੀ, ਜੋ ਪੁੱਛੇ ਗਏ ਸਵਾਲਾਂ ਦਾ ਸਹੀ ਢੰਗ ਨਾਲ ਉੱਤਰ ਦੇ ਸਕੇ। ਉਸ ਤੋਂ ਬਾਅਦ ਹੈ, ਜੋ ਹਰ ਸ਼ਬਦ ਦਾ ਸਹੀ ਢੰਗ ਨਾਲ ਉਚਾਰਨ ਕਰ ਸਕੇ। ਸਰੋਤਾ ਜੀ, ਠੀਕ ਹੈ, ਸੁਣਨ ਵਾਲਾ ਆਪਾਂ ਉਸ ਦੀ ਗੱਲ ਕਰ ਰਹੇ ਹਾਂ ਜੀ। ਤਾਂ ਜੋ ਪੁੱਛੇ ਗਏ ਸਵਾਲਾਂ ਦਾ ਸਹੀ ਢੰਗ ਨਾਲ ਉੱਤਰ ਦੇ ਸਕੇ, ਉਸ ਨੂੰ ਆਪਾਂ ਕੀ ਕਹਾਂਗੇ? ਚੰਗਾ ਸਰੋਤਾ। ਠੀਕ ਹੈ, ਸੁਣਨ ਵਾਲਾ ਮਤਲਬ ਜੋ ਚੰਗੇ ਤਰੀਕੇ ਨਾਲ ਸੁਣੇਗਾ, ਉਹੀ ਸੁਣੇ ਹੋਏ ਗੱਲਾਂ ਦਾ ਕੀ ਹੈ ਜੀ, ਸਹੀ ਢੰਗ ਨਾਲ ਉੱਤਰ ਦੇ ਪਾਏਗਾ ਜੀ, ਜਿਹਨੇ ਇਕਾਗਰ ਹੋ ਕੇ ਸੁਣਿਆ ਹੈ ਜੀ। ਠੀਕ ਜੀ। ਤਾਂ ਕਿਸੇ ਤਰੀਕੇ ਦੀ ਵੀ ਕੋਈ ਜਿਵੇਂ ਕਿ ਸੀਟੈਟ, ਪੀਟੈਟ, ਬੈਂਕਿੰਗ, ਠੀਕ ਹੈ, ਜਿਵੇਂ ਆਪਾਂ ਸਾਰੇ ਕੋਰਸਾਂ ਦੀ ਗੱਲ ਕੀਤੀ ਸੀ, ਤਾਂ ਕਿਸੇ ਵੀ ਸਾਥੀ ਨੇ ਕਿਸੇ ਵੀ ਪ੍ਰਕਾਰ ਦੀ ਕੋਈ ਕੋਚਿੰਗ ਲੈਣੀ ਹੋਵੇ ਘਰ ਬੈਠੇ ਹੀ ਬਿਲਕੁਲ ਆਨਲਾਈਨ ਤਰੀਕੇ ਨਾਲ, ਤਾਂ ਸਾਬਰ ਕਲਾਸਿਸ ਦੇ ਇਹਨਾਂ ਨਵੇਂ ਨੰਬਰਾਂ ਦੇ ਉੱਪਰ ਤੁਸੀਂ ਕੰਟੈਕਟ ਕਰ ਸਕਦੇ ਹੋ ਜੀ। ਤਾਂ ਕੱਲ ਆਪਾਂ ਫਿਰ ਇੱਕ ਸੀਟੈਟ ਦੀ ਪੰਜਾਬੀ ਦਾ ਜਿਵੇਂ ਹੈ ਇੱਕ ਹੋਰ ਜਿਹੜਾ ਡਿਸਕਸ ਕਰਾਂਗੇ ਜੀ ਪੇਪਰ। ਤਾਂ ਜਿਹੜੇ ਸਾਥੀਆਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਲੈਣ, ਤੇ ਵੀਡੀਓ ਜੇ ਵਧੀਆ ਲੱਗੀ ਹੋਵੇ ਤਾਂ ਲਾਈਕ ਜ਼ਰੂਰ ਕਰ ਦੇਣ। ਆਪਣੇ ਦੋਸਤਾਂ ਮਿੱਤਰਾਂ ਤੱਕ ਵੀ ਕੀ ਹੈ ਜੀ, ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਣ ਜੀ। ਠੀਕ ਜੀ, ਥੈਂਕ ਯੂ ਵੈਰੀ ਮੱਚ।